ब्रेक तो बाद एक बार फिर स्वागत है पक्ष ਦੀਆਂ ਖਬਰਾਂ ਦੇ ਸੈਕੰਡ ਸੈਗਮੈਂਟ ਦੇ ਵਿੱਚ। ਇਸ ਸੈਗਮੈਂਟ ਦੇ ਵਿੱਚ ਅਸੀਂ ਪੱਖ ਦੀ ਖਬਰ ਜਿਹੜੀ ਡਿਸਕਸ ਕਰਾਂਗੇ ਉਹ ਇਹ ਹੈ ਕਿ ਨਕਸਲ ਅਟੈਕ ਹੁੰਦਾ ਇੱਕ ਉਹ ਛੱਤੀਸਗੜ੍ਹ ਦੇ ਸੁਕਮਾ ਡਿਸਟ੍ਰਿਕਟ ਦੇ ਵਿੱਚ, ਜਿਸ ਦੇ ਵਿੱਚ ਸੀਆਰਪੀਐਫ ਜਵਾਨਾਂ ਦੇ ਉੱਪਰ ਅਟੈਕ ਕੀਤਾ ਜਾਂਦਾ ਹੈ ਔਰ 25 ਸੀਆਰਪੀਐਫ ਦੇ ਜਿਹੜੇ ਜਵਾਨ ਨੇ ਉਹ ਮਾਰੇ ਜਾਂਦੇ ਨੇ। ਸੋ ਅਟੈਕ ਪਹਿਲਾਂ ਵੀ ਬਹੁਤ ਚੱਲਦੇ ਸੀ, ਹੁੰਦੇ ਰਹਿੰਦੇ ਸੀ। ਹੁਣ ਵੀ ਜਿਹੜਾ ਅਟੈਕ ਕੰਟੀਨਿਊਸ ਹੋਇਆ, ਇਹ ਕਿਉਂ ਹੁੰਦੇ ਨੇ, ਕਿਸ ਬਾਬਤ ਹੁੰਦੇ ਨੇ, ਕੀ ਸਰਕਾਰਾਂ ਚੁੱਪ ਨੇ ਇਹਦੇ ਬਾਰੇ, ਕਿਉਂ ਚੁੱਪ ਨੇ ਸਰਕਾਰਾਂ ਇਸ ਬਾਰੇ, ਇਹ ਸਾਰੇ ਮੁੱਦਿਆਂ ਤੇ ਗੱਲ ਕਰਾਂਗੇ। ਲੇਕਿਨ ਛੋਟੀ ਜੀ ਬਰੀਫ ਇਨਫੋਰਮੇਸ਼ਨ ਜ਼ਰੂਰ ਦੇਣਾ ਚਾਹੂੰਗਾ ਦਰਸ਼ਕਾਂ ਨੂੰ ਕਿ ਇਹ ਅਟੈਕ ਕਿਸ ਤਰ੍ਹਾਂ ਹੋਇਆ ਔਰ ਕਿਸ ਕਿਹੜੇ ਜਿਹੜੇ ਇਨਵੋਲਵਮੈਂਟ ਸੀਗੇ ਜਿਨ੍ਹਾਂ ਦੀਆਂ ਉਹ ਇਹਨਾਂ ਨੇ ਅਟੈਕ ਕੀਤਾ। ਸਭ ਤੋਂ ਵੱਡੀ ਗੱਲ ਦੇਖਣ ਵਾਲੀ ਇਹ ਹੈ ਕਿ ਛੱਤੀਸਗੜ੍ਹ ਦੇ ਸੁਕਮਾ ਡਿਸਟ੍ਰਿਕਟ ਦੇ ਵਿੱਚ ਇਹ ਅਟੈਕ ਹੁੰਦਾ, ਨਕਸਲਾਈਟ ਅਟੈਕ ਹੁੰਦਾ। ਉਹਦੇ ਵਿੱਚ 300 ਜਿਹੜੇ ਅਟੈਕ ਕਰਨ ਵਾਲੇ ਬੰਦੇ ਜਿਨ੍ਹਾਂ ਦੇ ਵਿੱਚ ਔਰਤਾਂ ਵੀ ਸ਼ਾਮਿਲ ਸੀਗੀਆਂ, ਉਹਨਾਂ ਨੇ ਅਟੈਕ ਕੀਤਾ ਔਰ ਕਰੀਬ 100 ਜਿਹੜੇ ਜਵਾਨ ਸੀ, ਸੀਆਰਪੀਐਫ ਦੇ ਜਵਾਨ ਉੱਥੇ ਮੌਜੂਦ ਸੀ, ਜਿਹੜੇ ਕਿ ਸੜਕ ਦਾ ਉੱਥੇ ਕੰਮ ਚੱਲ ਰਿਹਾ ਸੀ ਜਦੋਂ ਇਹ ਅਟੈਕ ਹੋਇਆ। ਅਟੈਕ ਹੋਣ ਤੋਂ ਬਾਅਦ ਤੁਸੀਂ ਦੇਖੋ ਕਿ ਕੋਈ ਤਕਰੀਬਨ 12:30 ਵਜੇ ਦਾ ਟਾਈਮ ਸੀਗਾ, ਉਦੋਂ ਇਹ ਅਟੈਕ ਨੂੰ ਅੰਜਾਮ ਦਿੱਤਾ ਗਿਆ ਔਰ ਅਟੈਕ ਹੋਣ ਤੋਂ ਬਾਅਦ ਜਿਹੜੀਆਂ ਬੋਡੀਜ਼ ਵੀ ਰਿਕਵਰ ਕੀਤੀਆਂ ਗਈਆਂ ਉਹ ਬੜੀ ਮੁਸ਼ੱਕਤ ਦੇ ਨਾਲ, ਬੜੀ ਬੁਲਟ ਪ੍ਰੂਫ ਗੱਡੀਆਂ ਦੇ ਵਿੱਚ ਜਿਹੜੀਆਂ ਬੋਡੀਆਂ ਉਹ ਰਿਕਵਰ ਕੀਤੀਆਂ ਗਈਆਂ। ਲੇਕਿਨ ਸਭ ਤੋਂ ਵੱਡੀ ਗੱਲ ਇਹ ਨਿਕਲ ਕੇ ਆਈ ਕਿ ਉੱਥੇ ਜੋ ਚਿੰਤਾ ਗੁਫਾ ਔਰ ਬੁਰਖਾਫਲ ਐਕਸਿਸ ਦੇ ਵਿੱਚ ਜਦੋਂ ਇਹ ਅਟੈਕ ਹੁੰਦਾ ਹੈ, ਉੱਥੇ ਸੜਕ ਦਾ ਕੰਮ ਚੱਲ ਰਿਹਾ ਸੀ ਔਰ ਸੜਕ ਦੇ ਕੰਮ ਚੱਲਣ ਦੇ ਤਹਿਤ ਜਿਹੜੀ ਇਸ ਕਾਰਵਾਈ ਨੂੰ ਨਕਸਲਾਈਟ ਨੇ ਅੰਜਾਮ ਦਿੱਤਾ। ਬਹੁਤ ਹੀ ਇੱਕ ਸ਼ਰਮਨਾਕ ਔਰ ਬਹੁਤ ਹੀ ਤੁਸੀਂ ਕਹਿ ਲਓ ਕਿ ਜਿਵੇਂ ਕਿ ਪਹਿਲਾਂ ਵੀ ਅਟੈਕ ਹੁੰਦੇ ਸੀਗੇ, ਲੇਕਿਨ 2010 ਤੋਂ ਬਾਅਦ ਇਹ ਇੱਕ ਵੱਡਾ ਅਟੈਕ ਸੀਗਾ ਜਿਹਦੇ ਵਿੱਚ 25 ਜਵਾਨ ਜਿਹੜੇ ਆ ਉਹ ਸ਼ਹੀਦ ਹੋ ਗਏ। ਮੈਂ ਇਸ ਤੇ ਹੋਰ ਡਿਟੇਲ ਦੇ ਵਿੱਚ ਜਾਊਂਗਾ, ਲੇਕਿਨ ਡਿਟੇਲ ਤੇ ਜਾਣ ਤੋਂ ਪਹਿਲਾਂ ਸ਼ਬਦੀਰ ਜੀ ਨੂੰ ਕਹੂੰਗਾ ਕਿ ਇਸ ਦੇ ਉੱਪਰ ਵਿਸਤਾਰ ਨਾਲ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਣ। ਸਿੰਘ ਜੀ ਥੈਂਕ ਯੂ, ਤੁਸੀਂ ਮੈਨੂੰ ਮੌਕਾ ਦੇ ਰਹੇ ਹੋ ਗੱਲ ਕਰਨ ਦਾ। ਦੂਸਰੀ ਗੱਲ ਮੈਂ ਇਹ ਕਹਿਣੀ ਚਾਹਾਂਗਾ ਕਿ ਬਹੁਤ ਬੇਸਿਕ ਜੀ ਗੱਲ ਇਹ ਹੈ ਕਿ ਭਾਰਤ ਦੇ ਵਿੱਚ ਜਦੋਂ ਕਮਿਊਨਿਸਟ ਪਾਰਟੀਆਂ ਦੀ 64 ਤੋਂ ਬਾਅਦ ਵੰਡ ਹੁੰਦੀ ਹੈ ਤਾਂ 67 ਦੇ ਵਿੱਚ ਇੱਕ ਨਵੀਂ ਤਰ੍ਹਾਂ ਦਾ ਵਰਤਾਰਾ ਸਾਹਮਣੇ ਆਉਂਦਾ, ਜਿਹਨੂੰ ਬਾਅਦ ਦੇ ਵਿੱਚ ਅਸੀਂ ਮਾਓਇਜ਼ਮ ਦੇ ਨਾਂ ਨਾਲ ਜਾਣਦੇ ਹਾਂ ਜਾਂ ਨਕਸਲਾਈਟ ਦੇ ਨਾਂ ਦੇ ਨਾਲ ਜਾਣਦੇ ਹਾਂ, ਕਿਉਂਕਿ ਪਹਿਲੀ ਘਟਨਾ ਨਕਸਲਬਾੜੀ ਖਿੱਤੇ ਦੇ ਵਿੱਚ ਵਾਪਰੀ ਸੀ ਪੱਛਮੀ ਬੰਗਾਲ ਦੇ ਅੰਦਰ, ਜਿੱਥੇ ਕਿਸਾਨਾਂ ਨੇ ਹਥਿਆਰਬੰਦ ਹੋ ਕੇ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਨ ਦੀ ਗੱਲ ਤੋਰੀ ਸੀ। ਉਸ ਤੋਂ ਬਾਅਦ ਬਹੁਤ ਸਾਰੇ ਹਾਲਾਤ ਬਦਲ ਗਏ ਔਰ ਜਿਹੜੀ ਮੌਜੂਦਾ ਜਥੇਬੰਦੀ ਜਿਹਦੇ ਨਾਲ ਸੰਘਰਸ਼ ਦੀ ਚਰਚਾ ਚੱਲ ਰਹੀ ਹੈ, ਜਿਹੜੀ ਜਥੇਬੰਦੀ ਨੇ ਹੁਣ ਅਟੈਕ ਕੀਤਾ ਵਾ, ਉਸ ਜਥੇਬੰਦੀ ਬਾਰੇ ਮੈਂ ਸਿਰਫ ਇੰਨੀ ਕੁ ਜਾਣਕਾਰੀ ਦੇ ਦਿੰਦਾ ਕਿ ਦੋ ਜਥੇਬੰਦੀਆਂ ਸਨ। ਇੱਕ ਤਾਂ ਸੀ ਮਾਓਇਸਟ ਸੈਂਟਰ ਦੇ ਨਾਂ ਦੇ ਉੱਤੇ ਕੰਮ ਕਰਦੀ ਸੀ, ਦੂਜੀ ਪੀਪਲਜ਼ ਵਾਰ ਦੇ ਨਾਂ ਦੇ ਉੱਤੇ ਕੰਮ ਕਰਦੀ ਸੀ। ਇੱਕ ਦਾ ਬਹੁਤ ਜ਼ਿਆਦਾ ਬੇਸ ਜਿਹੜਾ ਆਂਧਰਾ ਪ੍ਰਦੇਸ਼ ਦੇ ਵਿੱਚ ਸੀ, ਦੂਸਰੀਆਂ ਜਥੇਬੰਦੀਆਂ ਇੱਧਰ ਛੱਤੀਸਗੜ੍ਹ ਔਰ ਬਿਹਾਰ ਵਾਲੇ ਏਰੀਏ ਦੇ ਵਿੱਚ ਜਾਂ ਝਾਰਖੰਡ 'ਚ ਕੰਮ ਕਰਦੀਆਂ ਸੀ। ਦੋਨਾਂ ਨੇ ਰਲਾ ਕੇ ਇੱਕ ਜਥੇਬੰਦੀ ਬਣਾ ਲਈ ਜਿਹਦਾ ਨਾਂ ਰੱਖਿਆ ਗਿਆ CPI ਮਾਓਵਾਦੀ। ਜਾਨੀ ਜੇ ਅਸੀਂ ਇੱਕ ਹਰਫ ਦੇ ਨਾਲ ਗੱਲ ਕਰਾਂਗੇ ਤਾਂ ਭਾਰਤ ਦੇ ਵਿੱਚ ਹੁਣ ਦੋ ਤਰ੍ਹਾਂ ਦੀ CPIM ਬਣੀ ਹੋਈ ਹੈ। ਇੱਕ ਤਾਂ ਉਹ ਹੈ ਜਿਹੜੀ ਪਾਰਲੀਮਾਨੀ ਚੋਣਾਂ ਦੇ ਵਿੱਚ ਯਕੀਨ ਰੱਖਦੀ ਹੈ, ਸੀਤਾਰਾਮ ਯੈਚੁਰੀ ਦੀ ਅਗਵਾਈ ਵਾਲੀ। ਇੱਕ ਇਹ ਜਥੇਬੰਦੀ ਹੈ ਜਿਹੜੀ CPIM ਮਾਓਵਾਦੀ, ਜਿਹੜੀ ਇਸ ਗੱਲ ਦੇ ਵਿੱਚ ਯਕੀਨ ਰੱਖਦੀ ਹੈ ਕਿ ਭਾਰਤੀ ਇਨਕਲਾਬ ਹਥਿਆਰਬੰਦ ਹੋ ਕੇ ਹੀ ਆ ਸਕਦਾ ਹੈ। ਪਰ ਸਵਾਲ ਇਹ ਹੈ ਕਿ ਮੈਂ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਗੱਲਾਂ ਨਹੀਂ ਕਰ ਸਕਾਂਗਾ। ਇੱਕ ਗੱਲ ਜ਼ਰੂਰ ਕਹਾਂਗਾ ਕਿ ਉਹਨਾਂ ਨੇ ਆਪਣੇ ਨਾਂ ਨਾਲ ਮਾਓਵਾਦੀ ਜ਼ਰੂਰ ਜੋੜ ਰੱਖਿਆ, ਪਰ ਨਾ ਤਾਂ ਉਹ ਚਾਈਨਾ ਦੇ ਵਿੱਚ ਮਾਓ ਦੇ ਕੀਤੇ ਤਜਰਬੇ ਨੂੰ ਬਹੁਤਾ ਮਹਿਸੂਸ ਕਰਦੇ ਨੇ, ਨਾ ਉਹ ਉਸ ਤਜਰਬੇ ਪ੍ਰਤੀ ਬਹੁਤ ਜ਼ਿਆਦਾ ਜਾਣਕਾਰੀ ਰੱਖਦੇ ਨੇ। ਉਹਨਾਂ ਦੀ ਸਿਰਫ ਮਾਓਇਜ਼ਮ ਦੇ ਨਾਲ ਵੀ ਉੱਦਾਂ ਦੀ ਹੀ ਇਮੋਸ਼ਨਲ ਸਾਂਝ ਹੈ ਜਿੱਦਾਂ ਦੀ ਕੁਝ ਲੋਕਾਂ ਦੀ, ਧਾਰਮਿਕ ਲੋਕਾਂ ਦੀ ਆਪੋ ਆਪਣੇ ਧਰਮ ਦੇ ਰਹਿਬਰਾਂ ਨਾਲ ਸਾਂਝ ਹੁੰਦੀ ਹੈ। ਮਾਓਇਜ਼ਮ ਨਾਲ ਸਾਂਝ ਉਹਨਾਂ ਦੀ ਬਹੁਤ ਜ਼ਿਆਦਾ ਆਈਡੀਓਲੋਜੀਕਲ ਨਹੀਂ ਹੈ। ਅਦਰਵਾਈਜ਼ ਜੇ ਇੱਦਾਂ ਦੀ ਹੋਵੇ ਤਾਂ ਸ਼ਾਇਦ ਬਹੁਤ ਸਾਰੇ ਅਟੈਕ ਉਹ ਨਾ ਕਰਨ ਜਿਸ ਕਿਸਮ ਦੇ ਅਟੈਕ ਕਰਦੇ ਨੇ। ਪਰ ਜਿਹੜੇ ਅਟੈਕ ਹੋ ਰਹੇ ਨੇ, ਜੇ ਅਸੀਂ ਇਹਨਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਥੋੜਾ ਜਿਹਾ ਸਾਨੂੰ ਸਮਝਣ ਦੀ ਜ਼ਰੂਰਤ ਹੈ ਕਿ ਇਹ ਅਟੈਕ ਜ਼ਿਆਦਾਤਰ ਉਦੋਂ ਦੇ ਵਧੇ ਨੇ ਜਦੋਂ ਤੋਂ ਡਾਕਟਰ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਉਦਾਰਵਾਦੀ ਨੀਤੀ ਸਾਡੇ ਦੇਸ਼ ਦੇ ਵਿੱਚ ਲਾਗੂ ਹੋਣੀ ਸ਼ੁਰੂ ਹੋਈ ਹੈ। ਪਹਿਲਾਂ ਉਦੋਂ ਜਦੋਂ ਉਹ ਰਿਜ਼ਰਵ ਬੈਂਕ ਦੇ ਗਵਰਨਰ ਹੋਇਆ ਕਰਦੇ ਸਨ, ਫਿਰ ਉਦੋਂ ਜਦੋਂ ਉਹ ਵਿੱਤ ਮੰਤਰੀ ਹੋਇਆ ਕਰਦੇ ਸਨ, ਫਿਰ ਉਦੋਂ ਵੀ ਜਦੋਂ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਨ ਔਰ ਆਪਣੇ ਪ੍ਰਧਾਨ ਮੰਤਰੀ ਕਾਲ ਦੇ ਵਿੱਚ ਉਹ ਕਿਹਾ ਕਰਦੇ ਸਨ ਕਿ ਸਭ ਤੋਂ ਵੱਡਾ ਅੰਦਰੂਨੀ ਖਤਰਾ ਸਾਡੇ ਦੇਸ਼ ਨੂੰ ਜੇ ਕੋਈ ਹੈ ਅਮਨ ਕਾਨੂੰਨ ਦਾ ਤਾਂ ਉਹ ਖਤਰਾ ਹੈ
ਨਕਸਲਿਜ਼ਮ ਦਾ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜਿਹੜੇ ਅਟੈਕ ਵਧੇ ਨੇ ਉਹਨਾਂ ਅਟੈਕ ਦੇ ਵਿੱਚ ਇੱਕ ਬਹੁਤ ਵੱਡਾ ਨੁਕਤਾ ਇਹ ਵੀ ਹੈ ਕਿ ਜਿਵੇਂ ਜਲ ਜੰਗਲ ਤੇ ਜ਼ਮੀਨ ਦੇ ਸਾਧਨਾਂ ਦੀ ਲੁੱਟ ਕੀਤੀ ਜਾ ਰਹੀ ਹੈ। ਸਾਨੂੰ ਆਟਾ ਤਾਂ 40 ਰੁਪਏ ਕਿਲੋ ਮਿਲੇਗਾ, ਚੌਲ ਤਾਂ ਸਾਨੂੰ 70 ਰੁਪਏ ਕਿਲੋ ਮਿਲਣਗੇ, ਪਰ ਸਾਡੇ ਦੇਸ਼ ਦੀ ਬਾਕਸਾਈਟ ਦੀ ਜਿਹੜੀ ਧਾਤ ਆ ਉਹ ਅਸੀਂ ਵਿਦੇਸ਼ੀ ਕੰਪਨੀਆਂ ਨੂੰ 12 ਰੁਪਏ ਕਿਲੋ ਵੇਚਣ ਦੀਆਂ ਗੱਲਾਂ ਕਰਾਂਗੇ। ਇਦਾਂ ਦੀਆਂ ਕੁਝ ਗੱਲਾਂ ਨੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਉੱਥੋਂ ਦੇ ਲੋਕਾਂ ਦੇ ਅੰਦਰ ਇੱਕ ਗੁੱਸਾ ਵੀ ਪਾਇਆ ਜਾ ਰਿਹਾ ਔਰ ਉਸ ਗੁੱਸੇ ਨੂੰ ਨਕਸਲਾਈਟ ਜਾਂ ਮਾਓਵਾਦੀ ਆਪਣੇ ਪੱਖ ਦੇ ਵਿੱਚ ਵਰਤਣ ਦਾ ਯਤਨ ਵੀ ਕਰ ਰਹੇ ਨੇ। ਸੀਪੀ ਸਿੰਘ ਜੀ, ਮੇਰੀ ਫੋਨ ਲਾਈਨ ਕੱਟੀ ਗਈ ਹੈ, ਇਸ ਕਰਕੇ ਮੈਂ ਆਪਣੀ ਗੱਲ ਇੱਥੇ ਹੀ ਖਤਮ ਕਰਦਾ। ਤੁਸੀਂ ਗੱਲ ਨੂੰ ਅੱਗੇ ਤੋਰੋ, ਜਦੋਂ ਉਹ ਅਗਲੇ ਹਿੱਸੇ ਦੇ ਵਿੱਚ ਜੇ ਕੋਈ ਜਾਣਕਾਰੀ ਹੋਰ ਦੇਣ ਵਾਲੀ ਹੋਈ ਤਾਂ ਮੈਂ ਜ਼ਰੂਰ ਉਹਨੂੰ ਤੁਹਾਡੇ ਨਾਲ ਸ਼ੇਅਰ ਕਰ ਲਵਾਂਗਾ। ਜੀ ਅਜੀਤ ਜੀ, ਤੁਸੀਂ ਕਿਵੇਂ ਦੇਖਦੇ ਹੋ ਇਸ ਪੂਰੇ ਇਨਸੀਡੈਂਟ ਨੂੰ? ਇਸ ਸਾਰੇ ਇਨਸੀਡੈਂਟ ਦੇ ਵਿੱਚ ਔਰ ਉਹ ਸਾਰੀ ਜਿਹੜੀ ਮੂਵਮੈਂਟ ਚੱਲ ਰਹੀ ਆ ਉਹਦੇ ਵਿੱਚ ਮੈਂ ਦੁਖਾਂਤ ਦਾ ਪੱਖ ਸੀਪੀ ਸਿੰਘ ਜੀ ਵੱਡਾ ਇਹ ਹੈ, ਗਵਰਨਮੈਂਟ ਦਾ ਆਪਣਾ ਸਟੈਂਡ ਹੈ, ਉਹ ਸਿਧਾਂਤਕ ਹੈ ਜੀ, ਉਹ ਨੈਸ਼ਨਲਿਸਟ ਹੈ ਜਾਂ ਉਹਦੇ ਆਪਣੇ ਪੋਲੀਟੀਕਲ ਏਜੰਡੇਜ਼ ਨੇ ਪੋਲੀਟੀਕਲ ਪਾਰਟੀਆਂ ਦੇ, ਔਰ ਮਾਓਵਾਦੀ ਜਿਹੜੇ ਹੈਗੇ ਨੇ ਉਹਨਾਂ ਦਾ ਆਪਣਾ ਇੱਕ ਸਿਆਸੀ ਆਪਣੀ ਇੱਕ ਆਰਥਿਕ ਧਾਰਨਾ ਹੈ ਜਾਂ ਉਹਨਾਂ ਦਾ ਸਰਕਾਰ ਨੂੰ ਇੱਕ ਜਿਹੜੀ ਹੈਗੀ ਚੈਲੰਜ ਦੇਣ ਦਾ ਆਪਣਾ ਤਰੀਕਾ ਹੈ, ਜਾਂ ਉਹ ਸ਼ਾਇਦ ਉਹ ਸਮਝਦੇ ਨੇ ਕਿ ਸਾਡੇ ਉੱਥੇ ਆਰਥਿਕ ਜਿਹੜੇ ਹੈਗੇ ਵਸੀਲੇ ਨੇ ਉਹਨਾਂ ਨੂੰ ਸਰਕਾਰ ਜਿਹੜੀ ਹੈਗੀ ਸਾਨੂੰ ਉਹਦਾ ਪੂਰਾ ਜਿਹੜਾ ਹੈਗਾ ਫਾਇਦਾ ਨਹੀਂ ਮਿਲ ਰਿਹਾ ਜਾਂ ਉਹਨਾਂ ਦੀ ਲੁੱਟ ਖਸੁੱਟ ਹੋ ਰਹੀ ਹੈ। ਇਹ ਸਾਰੀਆਂ ਚੀਜ਼ਾਂ ਇੱਕ ਪਾਸੇ ਨੇ ਜੀ, ਠੀਕ ਹੈ। ਜਿਹੜੇ ਸੁਰੱਖਿਆ ਬਲ ਨੇ ਉਹਨਾਂ ਦੀ ਇਹ ਇੱਕ ਡਿਊਟੀ ਦਾ ਹਿੱਸਾ ਹੁੰਦਾ ਹੈ ਕਿ ਉਹਨਾਂ ਨੇ ਕਿਸੇ ਥਾਂ ਵੀ ਜੇ ਕੋਈ ਸਰਕਾਰ ਤੋਂ ਵਿਰੁੱਧ ਜਿਹੜੀ ਹੈਗੀ ਕੋਈ ਮੂਵਮੈਂਟ ਚੱਲਦੀ ਹੈ ਉਹਦੇ ਨਾਲ ਸਿੱਝਣਾ ਜਾਂ ਉਹਦੇ ਵਿੱਚ ਹਥਿਆਰਬੰਦ ਲੜਾਈ ਦਾ ਹਥਿਆਰਬੰਦ ਤਰੀਕੇ ਨਾਲ ਜਵਾਬ ਦੇਣਾ, ਉਹ ਸਾਰਾ ਉਹਨਾਂ ਦਾ ਡਿਊਟੀ ਦਾ ਪਾਰਟ ਹੋ ਸਕਦਾ ਹੈ ਜੀ। ਪਰ ਦੁਖਾਂਤ ਵਾਲੀ ਗੱਲ ਇਹ ਹੈ ਕਿ ਜੇ ਅਸੀਂ ਇਸੇ ਘਟਨਾ ਨੂੰ ਦੇਖਿਆ ਜਾਵੇ ਇਸੇ ਥਾਂ ਦੇ ਉੱਤੇ ਇਸੇ ਸੜਕ ਦੀ ਕੰਸਟਰਕਸ਼ਨ ਦੇ ਸੰਬੰਧ ਦੇ ਵਿੱਚ ਮਾਰਚ ਦੇ ਵਿੱਚ ਉੱਥੇ 11 ਜਿਹੜੇ ਹੈਗੇ ਸੀ ਉਹ CRPF ਦੇ ਜਵਾਨ ਮਾਰੇ ਗਏ ਸੀ। ਉਸ ਤੋਂ ਬਾਅਦ ਹੁਣ ਗਿਣਤੀ 25 ਹੈ ਜਾਂ 26 ਹੈ, ਬਹੁਤ ਵੱਡੀ ਗਿਣਤੀ ਹੈ। ਜਿਹੜਾ ਉਹਨਾਂ ਨੇ ਯੋਜਨਾਬੰਦ ਤਰੀਕੇ ਦੇ ਨਾਲ ਉਹਨਾਂ ਨੂੰ ਪਤਾ ਸੀ ਕਿ ਇੱਧਰ ਜਵਾਨ ਆ ਰਹੇ ਨੇ, ਉਹਨਾਂ ਦੀ ਪੂਰੇ ਟਿਕਾਣਿਆਂ ਦਾ ਉਹਨਾਂ ਦੀ ਕਿੰਨੇ ਕੁ ਸਾਧਨ ਨੇ ਕਿੰਨੇ ਹਥਿਆਰ ਨੇ ਕਿ ਉਹ ਸਾਰੀ ਜਾਣਕਾਰੀ ਉਹਨਾਂ ਨੇ ਉੱਥੇ ਦੇ ਜਿਹੜੇ ਲੋਕਲ ਲੋਕ ਨੇ ਉਹਨਾਂ ਦੇ ਰਾਹੀਂ ਮਾਓਵਾਦੀਆਂ ਨੇ ਕੀਤੀ ਪ੍ਰਾਪਤ ਕਰ ਲਈ। ਪ੍ਰਾਪਤ ਕਰਨ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਉੱਤੇ ਬਿਲਕੁਲ ਘਾਤ ਲਗਾ ਕੇ ਅਚਨਚੇਤ ਹਮਲਾ ਕੀਤਾ ਤੇ ਉਹਨਾਂ ਦਾ ਜਾਨੀ ਨੁਕਸਾਨ ਨੌਜਵਾਨਾਂ ਦਾ ਕਰਤਾ। ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਪਹਿਲਾਂ ਮਾਰਚ ਦੇ ਵਿੱਚ 11 ਜਵਾਨ ਮਾਰੇ ਗਏ, ਉਹੀ ਸੜਕ ਹੈ ਉਸੇ ਦੀ ਕੰਸਟਰਕਸ਼ਨ ਦਾ ਮਸਲਾ ਹੁਣ ਸੀ, ਜਾਂ ਤਾਂ ਕਿਉਂ ਨਹੀਂ ਉਸ ਕੰਮ ਨੂੰ ਰੋਕ ਦਿੱਤਾ ਜਾਂਦਾ? ਕਿਉਂ ਇੰਨੀ ਜ਼ਿਆਦਾ ਜ਼ਰੂਰੀ ਹੈ ਸੜਕ ਬਣਾਉਣੀ ਜੇ ਆਪਣੇ ਜਵਾਨਾਂ ਦੀ ਸੁਰੱਖਿਆ ਦੇ ਸਾਧਨ ਸਰਕਾਰ ਕੋਲ ਨਹੀਂ, ਜਾਂ ਸਰਕਾਰ ਕੋਲ ਵਿਲ ਪਾਵਰ ਨਹੀਂ ਹੈਗੀ, ਸਿਆਸੀ ਤੌਰ ਤੇ ਉਹਨਾਂ ਦੀ ਜਿਹੜੀ ਨੀਤੀ ਆ ਉਹ ਇੰਨੀ ਕਮਜ਼ੋਰ ਹੈ ਕਿ ਆਪਣੇ ਜਵਾਨਾਂ ਨੂੰ ਸੁਰੱਖਿਅਤ ਨਹੀਂ ਕਰ ਸਕਦੇ, ਜਾਂ ਉੱਥੇ ਆਪਣੀ ਜਿਹੜੀ ਉੱਥੇ ਲੇਬਰ ਹੈ ਕੰਸਟਰਕਸ਼ਨ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਸੁਰੱਖਿਅਤ ਨਹੀਂ ਕਰ ਸਕਦੇ, ਤਾਂ ਕੀ ਜਿੱਦ ਹੈ ਕਿ ਉਹਨਾਂ ਨੇ ਉਹ ਕੰਮ ਉੱਥੇ ਕਰਨਾ ਹੀ ਕਰਨਾ ਹੈ। ਤੇ ਜੇ ਕਰਨਾ ਹੈ ਉਹਨਾਂ ਨੂੰ ਲੱਗਦਾ ਹੈ ਇਹ ਕੋਈ ਉੱਥੇ ਦੀ ਹਾਲਾਤ ਵਿੱਚ ਸੁਧਾਰ ਕਰ ਸਕਦਾ ਹੈ, ਚਾਹੇ ਸੜਕ ਬਣਾਉਣਾ ਜਾਂ ਕੋਈ ਹੋਰ ਕੰਸਟਰਕਸ਼ਨ ਦਾ ਕੰਮ ਆ ਜਾਂ ਕੋਈ ਵੀ ਸਰਕਾਰ ਆਪਣੀ ਨੀਤੀ ਅਨੁਸਾਰ ਕੋਈ ਉੱਥੇ ਡਿਵੈਲਪਮੈਂਟ ਦਾ ਕੰਮ ਕਰਨਾ ਚਾਹੁੰਦੀ ਹੈ, ਤੇ ਜੇ ਉਹਨੂੰ ਲੱਗਦਾ ਇਹ ਜ਼ਰੂਰੀ ਹੈ ਕਰਨਾ, ਤਾਂ ਕਿਉਂ ਉਹਨਾਂ ਲੋਕਾਂ ਦੀ ਸੁਰੱਖਿਆ ਵਾਸਤੇ ਪੂਰੇ ਸਾਧਨ, ਜੇ ਉਹਨਾਂ ਨੂੰ ਪਤਾ ਹੈ ਕਿ ਉੱਥੇ ਹਮਲਾ ਹੋ ਸਕਦਾ ਹੈ ਤਦ ਉਹਨਾਂ ਨੂੰ ਬੁਲਟ ਪ੍ਰੂਫ ਗੱਡੀਆਂ 'ਚ ਭੇਜਣ, ਉਹਨਾਂ ਨੂੰ ਬੁਲਟ ਪ੍ਰੂਫ ਜੈਕਟਾਂ ਨਾਲ ਲੈਸ ਕਰਨ, ਉਹਨਾਂ ਨੂੰ ਉਹੋ ਜਿਹੇ ਹਥਿਆਰ ਦੇਣ, ਟ੍ਰੇਨਿੰਗ ਦੇਣ ਔਰ ਇੰਨੀ ਵੱਡੀ ਮਾਤਰਾ 'ਚ ਭੇਜਣ ਕਿ ਜਿਹਦੀ ਜਿਹੜੀ ਹੈਗੀ ਸ਼ਾਇਦ ਉਹ ਹਮਲਾ ਕਰਕੇ ਉਹਨਾਂ ਨੂੰ ਇਹ ਲੱਗੇ ਮਾਓਵਾਦੀਆਂ ਨੂੰ ਕਿ ਜੇ ਅਸੀਂ ਹਮਲਾ ਕਰਾਂਗੇ ਤੇ ਸ਼ਾਇਦ ਅਸੀਂ ਵੀ ਆਪਣੀਆਂ ਜਿਹੜੀਆਂ ਤਾਕਤ ਹੈ ਆਪਣੇ ਲੋਕਾਂ ਨੂੰ ਬਚਾ ਕੇ ਪਿੱਛੇ ਹਟਣ ਦੇ ਵਿੱਚ ਕਾਮਯਾਬ ਨਹੀਂ ਹੋਣੇ। ਕੋਈ ਡੈਟਰੈਂਟ ਤੇ ਪੈਦਾ ਕੀਤਾ ਜਾਵੇ। ਸਿਰਫ ਨੌਜਵਾਨ ਜੇ ਉਹ ਰੋਜ਼ੀ ਰੋਟੀ ਵਾਸਤੇ CRPF 'ਚ ਕੰਮ ਕਰਦੇ ਨੇ ਔਰ ਉਹਨਾਂ ਦੀ ਡਿਊਟੀ ਦਾ ਪਾਰਟ ਹੈ,
ਕਿ ਉਹ ਸੁਰੱਖਿਆ ਦੇ ਕਵਚ ਦੇਣ ਉਹਨਾਂ ਲੋਕਾਂ ਨੂੰ, ਕੰਸਟਰਕਸ਼ਨ ਵਾਲਿਆਂ ਨੂੰ, ਤਾਂ ਉਹਨਾਂ ਦੀ ਸੁਰੱਖਿਆ, ਉਹਨਾਂ ਦੇ ਸਾਧਨਾਂ ਦਾ ਸਰਕਾਰ ਖਿਆਲ ਨਹੀਂ ਕਿਉਂ ਨਹੀਂ ਰੱਖ ਰਹੀ ਹੈਗੀ? ਕਿਉਂ ਅਵੇਸਲਾ ਹੈ? ਬਾਰ-ਬਾਰ ਉੱਥੇ ਇਹ ਚੀਜ਼ਾਂ ਵਾਪਰ ਰਹੀਆਂ ਨੇ, ਕਤਲੇਆਮ ਨੌਜਵਾਨਾਂ ਦਾ ਹੋ ਰਿਹਾ ਜਿਹੜੇ ਸੁਰੱਖਿਆ ਜਵਾਨ ਨੇ, ਪਰ ਸਰਕਾਰ ਆਪਣੀਆਂ ਨੀਤੀਆਂ 'ਚ ਕੋਈ ਤਬਦੀਲੀ ਨਹੀਂ ਕਰਦੀ ਹੈਗੀ। ਸੋ ਕੀ ਇਹੋ ਜਿਹੀ ਨੀਤੀ ਜਿਹੜੀ ਹੈਗੀ ਉਹ ਵਾਕਿਆ ਸਰਕਾਰ ਨੂੰ ਲੋਕਾਂ ਪ੍ਰਤੀ ਸੁਹਿਰਦ ਸਰਕਾਰ ਕਿਹਾ ਜਾ ਸਕਦਾ? ਕਿ ਸਜਗ ਨੇ ਹਾਲਾਤਾਂ ਤੋਂ ਸਾਡੇ ਜਿਹੜੇ ਪੋਲੀਟੀਸ਼ੀਅਨ ਨੇ? ਕਿਉਂਕਿ ਜਿਹੜੇ ਲੋਕੀ ਮਰਦੇ ਨੇ ਉਹ ਸਿਰਫ ਇੱਕ CRPF ਦੇ ਇੱਕ ਨੰਬਰ ਲੈ ਕੇ, ਛਾਤੀ ਤੇ ਇੱਕ ਨੰਬਰ ਕਿ ਇੰਨੇ ਨੰਬਰ ਜਵਾਨ ਹੈ ਤੇ ਆਇਆ ਇਹਦਾ ਰੈਂਕ ਹੈ, ਉਹਨਾਂ ਦੀ ਜਿਹੜੀ ਹੋਂਦ ਸਿਰਫ ਇੰਨੀ ਨਹੀਂ ਹੈਗੀ। ਉਹ ਪਰਿਵਾਰਾਂ ਦੇ ਮੈਂਬਰ ਨੇ, ਉਹ ਕਿਸੇ ਦੇ ਪਤੀ ਨੇ, ਕਿਸੇ ਦੀ ਪਿਤਾ ਨੇ, ਕਿਸੇ ਦੇ ਪੁੱਤਰ ਨੇ, ਕਿਸੇ ਨੇ ਕੋਈ ਪਰਿਵਾਰ ਉਹਨਾਂ ਦੇ ਆਧਾਰਿਤ ਹੈ, ਕਿਸੇ ਦੀਆਂ ਖੁਸ਼ੀਆਂ ਗਮੀਆਂ ਵੀ ਉਹਨਾਂ ਨਾਲ ਜੁੜੀਆਂ ਹੋਈਆਂ ਨੇ। ਜੇ ਉਹਨਾਂ ਦੀ ਪਾਰਟ ਆਫ ਜੌਬ ਹੈ, ਈਵਨ ਦੈਨ ਉਹਨਾਂ ਦੀ ਜਿਹੜੀ ਜ਼ਿੰਦਗੀ ਉਹ ਇੰਨੀ ਸਸਤੀ ਨਹੀਂ ਕਰਨੀ ਚਾਹੀਦੀ ਹੈਗੀ। ਇਹ ਬਹੁਤ ਵੱਡਾ ਸਵਾਲ ਹੈ ਮੇਰਾ ਜਿਹੜਾ ਹੈਗਾ ਉੱਥੇ ਦੇ ਪੋਲੀਟੀਸ਼ੀਅਨ ਤੇ ਪ੍ਰਬੰਧਕਾਂ ਵਾਸਤੇ। ਜੀ ਬਿਲਕੁਲ ਅਜੀਤ ਜੀ, ਇਹ ਸਵਾਲ ਸਾਡਾ ਸਰਕਾਰਾਂ ਨੂੰ ਵੀ ਹੈ। ਪਰ ਇੱਕ ਚੀਜ਼ ਹੋਰ ਹੈ, ਜਦੋਂ ਕੰਪਨੀ ਕਮਾਂਡਰ ਰਘਬੀਰ ਸਿੰਘ ਜਿਹੜੇ ਉੱਥੇ ਸੀਗੇ, ਇੰਸਪੈਕਟਰ ਰੈਂਕ ਦੇ ਅਫਸਰ ਨੇ, ਉਹਨਾਂ ਨੇ ਮੰਨਿਆ ਕਿ ਤਕਰੀਬਨ 25 ਬੰਦੇ ਜਿਹੜੇ ਆ ਉਹ ਉਹਨਾਂ ਨੇ ਖੋ ਦਿੱਤੇ ਨੇ। ਉਹ ਉੱਥੇ ਜਿਹੜੇ ਡੈਡ ਸਾਨੂੰ ਮਿਲੇ ਨੇ, ਔਰ ਜਿਨ੍ਹਾਂ ਦੇ ਵਿੱਚੋਂ ਕਿ ਬੋਡੀਜ਼ ਜਿਹੜੀਆਂ 11 ਰਿਕਵਰ ਕਰ ਲਿੱਤੀਆਂ ਗਈਆਂ, ਔਰ 12 ਜਿਹੜੀਆਂ ਬੋਡੀਆਂ ਉਹਨਾਂ ਨੂੰ ਜਿਹੜੇ ਕਮਾਂਡੋਜ਼ ਨੇ ਉਹ ਬੁਲਟ ਪ੍ਰੂਫ ਗੱਡੀਆਂ ਦੇ ਵਿੱਚੋਂ ਜਾ ਕੇ ਰਿਕਵਰ ਕਰ ਰਹੇ ਨੇ। ਉਹਨਾਂ ਦੇ ਵਿੱਚੋਂ ਇੱਕ ਜਿਹੜਾ ਇੰਜਰਡ, ਜਿਹੜੇ ਜ਼ਖਮੀ ਇੱਕ ਜਵਾਨ ਸੀਗੇ, ਉਹਨਾਂ ਵੱਲੋਂ ਇਹ ਚੀਜ਼ ਦੱਸੀ ਗਈ, ਮੀਡੀਆ ਨੂੰ ਵੀ ਦੱਸਿਆ ਗਿਆ ਕਿ ਨਕਸਲਾਈਟ ਵੱਲੋਂ ਪਿੰਡਾਂ ਦੇ ਲੋਕਾਂ ਨੂੰ ਪਹਿਲਾਂ ਸਾਡੇ ਜਿਹੜੀ ਕੰਪਨੀ ਦੇ ਜਿਹੜੀ ਬਟਾਲੀਅਨ ਜਿੱਥੇ ਐਸਟੈਬਲਿਸ਼ ਸੀਗੀ ਉੱਥੇ ਭੇਜਿਆ ਗਿਆ। ਉੱਥੋਂ ਉਹ ਚੀਜ਼ ਐਨਾਲਾਈਜ਼ ਕੀਤੀ ਗਈ ਕਿ ਜਵਾਨ ਜਿਹੜੇ ਨੇ ਕਿੰਨੀ ਕੁ ਤਾਦਾਦ ਦੇ ਵਿੱਚ ਨੇ। ਉਸ ਤੋਂ ਬਾਅਦ ਇਹ ਸਾਰੀ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ, ਔਰ ਉਹਨਾਂ ਦੇ ਕੋਲ AK ਅਸੌਲਟ ਜਿਹੜੀਆਂ ਰਾਈਫਲਸ ਵੀ ਸੀਗੀਆਂ। ਸੋ ਕਿਤੇ ਨਾ ਕਿਤੇ ਪਲੈਨਡ ਵੇ ਨਾਲ ਪੂਰੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਔਰ ਇਤੋਂ ਸ਼ਬਦੀਸ਼ ਜੀ ਫੋਨ ਲਾਈਨ ਤੁਹਾਡੀ ਕੱਟੀ ਗਈ ਸੀ, ਇਸ ਤੋਂ ਇੱਕ ਚੀਜ਼ ਜਿਹੜੀ ਕਲੀਅਰ ਹੁੰਦੀ ਹੈ ਕਿ ਕੀ ਸਰਕਾਰ ਨੂੰ ਨਹੀਂ ਚਾਹੀਦਾ ਕਿ ਏਦਾਂ ਦੇ ਜਿਹੜੇ ਕੰਸਟਰਕਸ਼ਨ ਵਰਕਸ ਹੁੰਦੇ ਨੇ ਜਾਂ ਏਦਾਂ ਦੇ ਜਿਹੜੇ ਤੁਸੀਂ ਰੋਡ ਦੀ ਰਿਪੇਅਰ ਵਰਕ ਚਲਾਉਂਦੇ ਹੋ, ਉਸ ਤੋਂ ਪਹਿਲਾਂ ਆਪਣੇ ਜਵਾਨਾਂ ਨੂੰ ਉਸ ਤੋਂ ਪਹੁੰਚਾਉਣ ਤੋਂ ਪਹਿਲਾਂ, ਉੱਥੇ ਭੇਜਣ ਤੋਂ ਪਹਿਲਾਂ ਇੱਕ ਪੂਰੀ ਤਰ੍ਹਾਂ ਨਾਲ ਤਿਆਰੀ ਕਰ ਲੈਣੀ ਚਾਹੀਦੀ ਹੈ? ਕਿਉਂਕਿ ਉਹ ਏਰੀਆ ਇੰਨਾ ਕੁ ਸੈਂਸਿਟਿਵ ਹੈ। ਤੁਸੀਂ ਦੇਖੋ ਕੋਈ ਵੀ ਸਾਲ ਇਸ ਤਰ੍ਹਾਂ ਦਾ ਨਹੀਂ ਨਿਕਲਦਾ ਜਦੋਂ ਉੱਥੇ ਅਟੈਕਸ ਹੁੰਦੇ ਔਰ ਕਾਫੀ ਜਿਹੜੇ ਸਾਡੇ ਜਵਾਨ ਹੈ ਉੱਥੇ ਸ਼ਹੀਦ ਹੁੰਦੇ ਨੇ। ਸੋ ਕਿਤੇ ਨਾ ਕਿਤੇ ਸਰਕਾਰ ਦੀ ਢਿੱਲ ਜਿਹੜੀ ਇੱਥੇ ਸ਼ਬੀਰ ਜੀ ਤੁਹਾਨੂੰ ਲੱਗਦਾ ਕਿ ਹੈਗੀ ਹੈ ਕਿ ਅਸੀਂ ਬਿਨਾਂ ਪ੍ਰੈਪਰੇਸ਼ਨ, ਬਿਨਾਂ ਤਿਆਰੀ ਤੋਂ, ਕਿਉਂਕਿ ਉਹਨਾਂ ਆਰਮੀ ਆਫੀਸਰਸ ਦੇ ਕੋਲ ਵੀ ਰਾਈਫਲ ਸੀਗੀਆਂ, ਬਟ ਤਾਦਾਦ ਉਹਨਾਂ ਮਾਇਲਸ ਦੀ ਇੰਨੀ ਜ਼ਿਆਦਾ ਸੀ ਕਿ ਉਹ ਉਹਨਾਂ ਦੇ ਉੱਪਰ ਹਾਵੀ ਹੋ ਗਏ। ਕਿ ਸਾਨੂੰ, ਸਾਡੀਆਂ ਸਰਕਾਰਾਂ ਨੂੰ, ਸਾਡੇ ਡਿਫੈਂਸ ਮਿਨਿਸਟਰ ਨੂੰ, ਸਾਡੇ ਹੋਮ ਮਿਨਿਸਟਰ ਨੂੰ ਏਦਾਂ ਦੀ ਪਲੈਨਿੰਗ ਨਹੀਂ, ਏਦਾਂ ਦੀ ਸਟ੍ਰੈਟਜੀ ਨਹੀਂ ਬਣਾਉਣੀ ਚਾਹੀਦੀ ਕਿ ਉੱਥੇ ਅਗਰ ਅਸੀਂ ਆਪਣੀ ਬਟਾਲੀਅਨ ਨੂੰ ਐਸਟੈਬਲਿਸ਼ ਕੀਤਾ ਹੋਇਆ ਤਾਂ ਪੂਰੀ ਤਿਆਰੀ ਦੇ ਨਾਲ ਉਹ ਉੱਥੇ ਰੁਕਣ ਔਰ ਉੱਥੇ ਜਿਹੜੇ ਮਾਈਲਸਟੋਨਾਂ ਦਾ ਮੁਕਾਬਲਾ ਕਰ ਸਕਣ? ਕੀ ਸਰਕਾਰ ਦੇ ਵਿੱਚ ਤੁਹਾਨੂੰ ਕੋਈ ਖਾਮੀਆਂ ਨਜ਼ਰ ਨਹੀਂ ਆਉਂਦੀਆਂ ਸ਼ਬਦੀਰ ਜੀ? CP ਸਿੰਘ ਜੀ, ਦੋ ਤਿੰਨ ਗੱਲਾਂ ਸਮਝੇ ਜਾਣ ਵਾਲੀਆਂ। ਪਹਿਲੀ ਤਾਂ ਇਹ ਹੈ ਕਿ ਨਕਸਲਿਜ਼ਮ ਦੀ ਬੁਨਿਆਦੀ ਤੌਰ ਤੇ ਸਮੱਸਿਆ ਕੀ ਹੈ। ਏਦਾਂ ਦੀ ਕੋਈ ਗੱਲ ਨਹੀਂ ਹੈ ਕਿ ਨਕਸਲਾਈਟ ਅਚਾਨਕ ਧਰਤੀ ਤੋਂ ਪੈਦਾ ਹੁੰਦੇ ਨੇ ਜਾਂ ਅਸਮਾਨ ਤੋਂ ਉਤਰਦੇ ਨੇ ਤੇ CRP ਦੇ ਉੱਤੇ ਅਟੈਕ ਕਰ ਦਿੰਦੇ ਨੇ। ਇੰਨੀ ਸਿੰਪਲ ਗੱਲ ਹੈ ਨਹੀਂ ਹੈ। ਔਰ ਦਿਲਚਸਪ ਗੱਲ ਇਹ ਹੈ ਕਿ ਜਿਹੜੀਆਂ ਸਰਕਾਰਾਂ ਦਾਅਵਾ ਕਰਦੀਆਂ ਨੇ ਉਹਨਾਂ ਦਾ ਖੁਫੀਆ ਤੰਤਰ ਬੜਾ ਮਜ਼ਬੂਤ ਹੈ, ਉਹਨਾਂ ਦੇ ਕੋਲ ਬੜੇ ਕੈਪੇਬਲ ਕਿਸਮ ਦੀਆਂ ਅਫਸਰਾਨ ਨੇ। ਉਹਨਾਂ ਲੋਕਾਂ ਨੂੰ ਕਦੇ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ ਉਹ ਜਿਹੜੇ ਲੋਕ ਉੱਤੇ ਕੰਮ ਕਰ ਰਹੇ ਨੇ ਉਹਨਾਂ ਖੇਤਰਾਂ ਦੇ ਵਿੱਚ, ਜਿਨ੍ਹਾਂ ਨੂੰ ਅਸੀਂ ਰੈੱਡ ਕੋਰੀਡੋਰ ਖੇਤਰ ਕਹਿ ਦਿੰਦੇ ਹਾਂ, ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਕਿੱਥੇ ਰਹਿੰਦੇ ਨੇ, ਕਿਵੇਂ ਰਹਿੰਦੇ ਨੇ, ਇਹਦੀ ਸੂਚਨਾ ਜੇ ਸਰਕਾਰਾਂ ਕੋਲ ਨਹੀਂ ਹੈ ਤਾਂ ਇਹਨੂੰ ਇੱਕ ਤਾਂ ਇਸ ਨੁਕਤੇ ਤੋਂ ਦੇਖ ਸਕਦੇ ਹਾਂ ਕਿ ਸਰਕਾਰਾਂ ਦੇ ਕੋਲੇ ਜਿਹੜੀ ਆ ਉਹ ਬਿਲਕੁਲ ਉਹਨੂੰ ਡੀਲ ਕਰਨ ਦੀ ਕੋਈ ਤੰਤਰ ਦੇ ਤੌਰ ਦੇ ਉੱਤੇ ਕੋਈ ਪਾਲਿਸੀ ਨਹੀਂ ਹੈ। ਉਹ ਬਿਲਕੁਲ ਉਹਨਾਂ ਦਾ ਖੁਫੀਆ ਤੰਤਰ ਨਾਕਾਮ ਹੈ। ਦੂਜਾ ਪੱਖ ਅਸੀਂ ਇਹ ਲੈ ਸਕਦੇ ਹਾਂ ਕਿ ਜਦੋਂ ਅਸੀਂ ਇਸ ਨੀਤੀ ਦੀ ਗੱਲ ਕਰਦੇ ਹਾਂ ਤਾਂ ਬੜੀ ਦਿਲਚਸਪ ਗੱਲ ਇਹ ਹੈ ਕਿ ਡਾਕਟਰ ਮਨਮੋਹਨ ਸਿੰਘ ਜੀ ਨੂੰ ਦੇਸ਼ ਲਈ ਸਭ ਤੋਂ ਵੱਡਾ ਅੰਦਰੂਨੀ ਖਤਰਾ ਵੀ ਕਹੀ ਜਾਂਦੇ ਸਨ, ਔਰ ਹੁਣ ਵਾਲੇ ਵੀ ਇਹੀ ਕਹੀ ਜਾਂਦੇ ਨੇ। ਔਰ ਉਸ ਤੋਂ ਅਗਲੀ ਗੱਲ ਇਹ ਹੈ ਕਿ ਨਾਲ ਦੀ ਨਾਲ ਅਸੀਂ ਇਹ ਅਜੇ ਤੱਕ ਤੈਅ ਨਹੀਂ ਕਰ ਸਕੇ ਕਿ ਇਹ ਬੇਸਿਕਲੀ ਅਮਨ ਕਾਨੂੰਨ ਦੀ ਸਮੱਸਿਆ ਹੈ ਜਾਂ ਸਾਡੀ ਸੋਸ਼ੋ ਇਕਨੋਮਿਕ ਜਿਹੜੀ ਸਿਚੁਏਸ਼ਨ ਹੈ ਪੂਰੇ ਮੁਲਕ ਦੀ, ਉਹਦੇ ਨਾਲ ਜੁੜੀ ਹੋਈ ਸਮੱਸਿਆ ਹੈ। ਅਸੀਂ ਸੋਚਦੇ ਇਹ ਹਾਂ ਕਿ ਜਿਹੜੀ ਨਕਸਲਾਈਟ ਏਰੀਏ ਦੇ ਵਿੱਚ ਰਹਿਣ ਵਾਲੇ ਲੋਕ ਨੇ ਉਹਨਾਂ ਨੂੰ ਅਸੀਂ ਸੱਭਿਅਕ ਬਣਾਉਣ ਦਾ ਯਤਨ ਕਰਦੇ ਹਾਂ, ਜਿਵੇਂ ਅੰਗਰੇਜ਼ ਕਿਸੇ ਵੇਲੇ ਇਹ ਯਤਨ ਕਰਦੇ ਸੀ ਕਿ ਅਸੀਂ ਭਾਰਤ ਨੂੰ ਸੱਭਿਅਕ ਬਣਾ ਰਹੇ ਹਾਂ, ਅਸੀਂ ਉਹਨਾਂ ਨੂੰ ਗੁਲਾਮ ਨਹੀਂ ਬਣਾ ਰਹੇ। ਔਰ ਸੱਭਿਅਕ ਬਣਾਉਣ ਦੇ ਲਈ ਉਹ ਚਾਹੁੰਦੇ ਨੇ ਕਿ ਸਾਰਾ ਜਿਹੜਾ
ਕੁਦਰਤੀ ਸਾਧਨ ਨੇ ਉਸ ਏਰੀਏ ਦੇ, ਉਹ ਸਾਰੇ ਲੁੱਟ ਲੈ ਜਾਣ ਔਰ ਉਹਨਾਂ ਨੂੰ ਲੁੱਟਣ ਦੇ ਨਾਂ ਦੇ ਉੱਤੇ, ਉਹਨਾਂ ਨੂੰ ਸੱਭਿਅਕ ਬਣਾਉਣ ਦੇ ਨਾਂ ਦੇ ਉੱਤੇ ਜਿਹੜੀ ਅਸੀਂ ਪਾਲਿਸੀ ਅਡਾਪਟ ਕਰਦੇ ਉਹ ਇੱਕ ਪਾਸੇ ਨੇ। ਦੂਜੇ ਪਾਸੇ ਕੇਂਦਰ ਸਰਕਾਰ ਕਹਿ ਦਿੰਦੀ ਹੈ ਕਿ ਅਮਨ ਕਾਨੂੰਨ ਰਾਜ ਦਾ ਮਾਮਲਾ ਵਾ, ਰਾਜ ਕਹਿ ਦਿੰਦੇ ਨੇ ਸਾਨੂੰ ਕੇਂਦਰ ਦੀ ਸਪੋਰਟ ਚਾਹੀਦੀ ਹੈ। ਜੇ ਮਮਤਾ ਬੈਨਰਜੀ ਦੀ ਗੱਲ ਕਰੀਏ ਤਾਂ ਉਹਦੀ ਪਾਲਿਸੀ ਹੋ ਰਿਹਾ, ਰਮਨ ਸਿੰਘ ਦੀ ਗੱਲ ਕਰੀਏ ਤਾਂ ਉਹਦੀ ਪਾਲਿਸੀ ਹੋ ਰਿਹਾ। ਮਮਤਾ ਬੈਨਰਜੀ ਜਦੋਂ ਮੌਕਾ ਸੀ ਲੈਫਟ ਨੂੰ ਹਰਾਉਣ ਦਾ ਉਦੋਂ ਨਕਸਲਾਈਟਾਂ ਦਾ ਸਹਿਯੋਗ ਵੀ ਲੈ ਲੈਂਦੇ ਨੇ ਸੰਗਰੂਰ ਤੇ ਨੰਦੀਗ੍ਰਾਮ ਦੇ ਵਿੱਚ, ਪਰ ਜਦੋਂ ਉਹਨਾਂ ਦੀ ਸੱਤਾ ਆ ਜਾਂਦੀ ਹੈਗੀ ਤਾਂ ਉਦੋਂ ਉਹ ਨਕਸਲਾਈਟਾਂ ਨੂੰ ਮੀਟਿੰਗ ਦੇ ਬਹਾਨੇ ਸੱਦ ਕੇ ਮਰਵਾ ਵੀ ਦਿੰਦੇ ਨੇ ਨਕਸਲੀ ਨੇਤਾਵਾਂ ਨੂੰ। ਔਰ ਇਸ ਕਿਸਮ ਦੀਆਂ ਜਿਹੜੀਆਂ ਗੱਲਾਂ ਨੇ, ਮਤਲਬ ਸਾਡੀ ਕੋਈ ਕਲੀਅਰ ਕੱਟ ਪਾਲਿਸੀ ਨਹੀਂ। ਔਰ ਮੈਨੂੰ ਇੱਕ ਗੱਲ ਬਾਰੇ ਬਹੁਤ ਕਨਫਰਮ ਹੈ ਕਿ ਜੇ ਉਹਨੂੰ ਨਰੋਲ ਅਮਨ ਕਾਨੂੰਨ ਦੀ ਸਮੱਸਿਆ ਸਮਝਿਆ ਜਾਏਗਾ, ਨਰੋਲ ਅਮਨ ਕਾਨੂੰਨ ਦੇ ਆਧਾਰ ਦੇ ਉੱਤੇ ਤੁਸੀਂ ਉਹਨੂੰ ਬਿਲਕੁਲ ਵੀ ਖਤਮ ਨਹੀਂ ਕਰ ਸਕੋਗੇ, ਕਿਉਂਕਿ ਜਿੰਨੀ ਕੁ ਸਮੱਸਿਆ ਨਰੋਲ ਅਮਨ ਕਾਨੂੰਨ ਦੇ ਆਧਾਰ ਦੇ ਉੱਤੇ ਸੁਰੱਖਿਆ ਸੈਨਿਕਾਂ ਦੇ ਹੱਕ ਦੇ ਵਿੱਚ ਇਮੋਸ਼ਨਲ ਨੈਸ਼ਨਲਿਜ਼ਮ ਉਭਾਰਿਆ ਜਾ ਸਕਦਾ ਟੀਵੀ ਚੈਨਲਾਂ ਦੇ ਉੱਤੇ, ਉਹਨਾਂ ਕੁ ਜਿਹੜਾ ਇਮੋਸ਼ਨਲ ਜਿਹੜਾ ਉਹਨਾਂ ਦੀ ਸਿਚੁਏਸ਼ਨ ਆ ਉਹਨਾਂ ਦਾ ਵੀ ਉਭਾਰਿਆ ਜਾਂਦਾ ਔਰ ਉਭਾਰਿਆ ਜਾਏਗਾ ਕਿ ਸਾਡਾ ਜਲ ਜੰਗਲ ਤੇ ਜ਼ਮੀਨ ਦਿੱਤੀ ਜਾ ਰਹੀ ਹੈ। ਇਸ ਕਰਕੇ ਇਹਦਾ ਮੁਕਾਬਲਾ ਨਹੀਂ ਕਰ ਸਕਦੇ। ਤੁਹਾਨੂੰ ਬਹੁਤ ਕਲੀਅਰ ਕਰਨਾ ਪਵੇਗਾ ਕਿ ਜਿਹੜੇ ਆਦੀਵਾਸੀਆਂ ਨੇ ਬਿਰਸਾ ਮੁੰਡਾ ਦੀ ਅਗਵਾਈ ਦੇ ਵਿੱਚ ਅੰਗਰੇਜ਼ਾਂ ਦੀ ਈਨ ਨਹੀਂ ਮੰਨੀ, ਉਹ ਤੁਹਾਡੀ ਵੀ ਈਨ ਨਹੀਂ ਮੰਨਣਗੇ। ਜੇ ਤੁਸੀਂ ਉਹਨਾਂ ਨੂੰ ਸੱਭਿਅਕ ਬਣਾਉਣ ਦੀ ਗੱਲ ਕਰਨੀ ਵੀ ਆ ਤਾਂ ਤੁਹਾਨੂੰ ਉਹਨਾਂ ਦੇ ਨਾਲ ਜੁੜਨਾ ਪਵੇਗਾ। ਮੈਨੂੰ ਯਾਦ ਹੈ ਬਹੁਤ ਸਾਲ ਪਹਿਲਾਂ ਜਦੋਂ ਡਾਕਟਰ ਮਨਮੋਹਨ ਸਿੰਘ ਦੀ ਪਹਿਲਾਂ ਵਾਲੀ ਸਰਕਾਰ ਸੀ, ਕਿਸੇ ਇੱਕ ਅਫਸਰ ਨੇ ਇਹ ਵੀ ਕਹਿ ਦਿੱਤਾ ਸੀ ਕਿ ਸਾਨੂੰ ਸੜਕਾਂ ਬਣਾਉਣੀਆਂ ਚਾਹੀਦੀਆਂ, ਸਾਨੂੰ ਉਹਨਾਂ ਖੇਤਰਾਂ ਦੇ ਵਿੱਚ ਬਿਜਲੀ ਤੇ ਟੀਵੀ ਦਾ ਪ੍ਰਬੰਧ ਕਰਨਾ ਚਾਹੀਦਾ। ਜਿਹੜੇ ਨਕਸਲਾਈਟਾਂ ਦੇ ਕਹੇ ਤੇ ਲੱਗ ਜਾਂਦੇ ਨੇ, ਕੱਲ ਨੂੰ ਜਦੋਂ ਸਾਡਾ ਟੀਵੀ ਤੇ ਪ੍ਰਚਾਰ ਦੇਖਣਗੇ, ਸਾਡੀਆਂ ਸੜਕਾਂ ਦੇ ਉੱਤੇ ਚੱਲਣਗੇ, ਉਦੋਂ ਆਪਣੇ ਆਪ ਸਾਡੇ ਪੱਖ ਦੇ ਵਿੱਚ ਹੋ ਜਾਣਗੇ। ਏਦਾਂ ਦੇ ਫਾਰਮੂਲਿਆਂ ਦੇ ਨਾਲ ਸ਼ਾਇਦ ਸਮੱਸਿਆ ਹੱਲ ਨਹੀਂ ਹੋਣੀ। ਹੁਣ ਵੀ ਬਹੁਤ ਕਲੀਅਰ ਕੱਟ ਹੈ ਕਿ ਜੇ ਸਮੱਸਿਆ ਦਾ ਹੱਲ ਲੱਭਣਾ ਤਾਂ ਉਹਦੇ ਸੋਸ਼ੋ ਇਕਨੋਮਿਕ ਜਿਹੜੇ ਮਸਲੇ ਨੇ ਉਹਨਾਂ ਨੂੰ ਜ਼ਰੂਰ ਹੱਲ ਕਰਨਾ ਪਏਗਾ। ਇਹ ਉਹੀ ਲੋਕ ਨੇ, ਬਹੁਤ ਦਿਲਚਸਪ ਗੱਲ ਮੈਂ ਕਹਿ ਸਕਦਾ ਕਿ ਇਹ ਉਹ ਲੋਕ ਨੇ ਜਿਹੜੇ ਹਥਿਆਰ ਲੈ ਕੇ ਸਰਕਾਰਾਂ ਦੇ ਨਾਲ ਲੜਨ ਆ ਜਾਂਦੇ ਨੇ। ਉਹ ਇਹੀ ਲੋਕ ਜੇ ਖਾਣ ਦੇ ਲਈ 3 ਮੱਛੀਆਂ ਉਹਨਾਂ ਨੂੰ ਕਿਸੇ ਤਲਾਬ ਦੇ ਵਿੱਚੋਂ ਛੱਪੜ ਦੇ ਵਿੱਚੋਂ ਮਿਲ ਜਾਣ ਪਰ ਉਹਨਾਂ ਨੇ ਇੱਕੋ ਖਾਣੀ ਹੋਵੇ ਤਾਂ 2 ਵਾਪਸ ਪਾਣੀ ਦੇ ਵਿੱਚ ਛੱਡ ਦਿੰਦੇ ਨੇ, ਅਗਲੇ ਦਿਨ ਦੁਬਾਰਾ ਜਾਲ ਲਾ ਕੇ ਉਹਨਾਂ ਨੂੰ ਫੜ ਲੈਂਦੇ ਨੇ। ਔਰ ਉਹੀ ਲੋਕ ਜੇ ਏਦਾਂ ਕਤਲੇਆਮ ਦੇ ਉੱਤੇ ਉਤਰ ਆਉਂਦੇ ਨੇ ਤੇ ਸਾਨੂੰ ਜ਼ਰੂਰ ਸੋਚਣਾ ਪਵੇਗਾ ਕਿ ਅਸੀਂ ਉਹਨਾਂ ਨੂੰ ਸੱਭਿਅਕ ਬਣਾਉਣ ਦੇ ਨਾਂ ਦੇ ਉੱਤੇ ਉਹਨਾਂ ਨਾਲ ਜਿਹੜਾ ਜਾਨਵਰਾਂ ਵਾਲਾ ਬਿਹੇਵ ਕਰਦੇ ਆ ਉਹ ਵੀ ਰੋਕਿਆ ਜਾਵੇ। ਔਰ ਇਸ ਸਮੱਸਿਆ ਨੂੰ ਨਰੋਲ ਅਮਨ ਕਾਨੂੰਨ ਦੀ ਸਮਝਣ ਦੀ ਬਜਾਏ ਆਪਣੀ ਤੰਤਰ ਦੀ ਸਮੱਸਿਆ ਦੇ ਤੌਰ ਦੇ ਉੱਤੇ ਡੀਲ ਕੀਤਾ ਜਾਵੇ, ਫਿਰ ਸ਼ਾਇਦ ਅਸੀਂ ਇਸ ਮਸਲੇ ਦਾ ਹੱਲ ਕਰ ਸਕਦੇ ਹਾਂ। ਜੇ ਮੈਂ ਇੱਕ ਗੱਲ ਆਈਡੀਓਲੋਜੀਕਲੀ ਕਹਿਣੀ ਹੋਵੇ ਤੇ ਮੈਂ ਬਿਲਕੁਲ ਹੱਕ ਦੇ ਵਿੱਚ ਦੇਸ਼ ਦੇ ਵਿੱਚ ਇਨਕਲਾਬ ਹੋਣਾ ਚਾਹੀਦਾ। ਮੈਂ ਬਿਲਕੁਲ ਹੱਕ ਦੇ ਵਿੱਚ ਕਿ ਸ਼ਾਇਦ ਸੱਤਾ ਦਾ ਮੁਕਾਬਲਾ ਕਰਨ ਦੀ ਹਥਿਆਰਬੰਦ ਟੱਕਰ ਵੀ ਬਹੁਤ ਜ਼ਰੂਰੀ ਹੋਵੇਗੀ, ਪਰ ਮੈਂ ਇੱਦਾਂ ਦੀ ਕੋਈ ਕਲਪਨਾ ਨਹੀਂ ਕਰ ਰਿਹਾ ਕਿ ਜਿਹੜੇ ਲੋਕ ਇਹਨਾਂ ਜੰਗਾਂ ਦੇ ਵਿੱਚ ਲੜ ਰਹੇ ਨੇ ਉਹ ਕੋਈ ਇਨਕਲਾਬ ਦੀ ਲੜਾਈ ਲੜ ਰਹੇ ਨੇ। ਮੈਂ ਪਹਿਲਾਂ ਵੀ ਕਹਿ ਚੁੱਕਾ ਉਹਨਾਂ ਨੂੰ ਮਾਓਇਜ਼ਮ ਦੀ, ਮਾਰਕਸਿਜ਼ਮ ਦੀ ਉਸ ਕਿਸਮ ਦੀ ਸਮਝ ਨਹੀਂ ਹੈ ਜਿਹਦੇ 'ਚ ਇਨਕਲਾਬ ਪੈਦਾ ਹੁੰਦਾ ਤੇ ਸਫਲ ਹੁੰਦਾ। ਪਰ ਮੈਂ ਉਸ ਬਹਿਸ ਦੇ ਵਿੱਚ ਬਹੁਤ ਲੰਬੇ ਤੌਰ ਤੇ ਨਹੀਂ ਉਹਨੂੰ ਖਿੱਚਣ ਦਾ ਯਤਨ ਕਰਾਂਗਾ ਕਿਉਂਕਿ ਸਾਡੀ ਬਹਿਸ ਦਾ ਬੇਸਿਕਲੀ ਉਹ ਨੁਕਤਾ ਹੈ ਵੀ ਨਹੀਂ। ਪਰ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਕਿ ਤੁਸੀਂ ਅਮਨ ਕਾਨੂੰਨ ਕਹਿ ਕੇ ਇਮੋਸ਼ਨਲ ਨੈਸ਼ਨਲਿਜ਼ਮ ਪ੍ਰਚਾਰ ਕੇ ਕਿ ਫੌਜੀ ਮਰ ਗਏ ਨੇ, ਸੈਨਿਕ ਮਰ ਗਏ ਨੇ, ਮੈਂ ਇੱਦਾਂ ਮਸਲੇ ਹੱਲ ਨਹੀਂ ਕਰ ਸਕਦੇ। ਇੱਕ ਆਖਰੀ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਔਰ ਉਹ ਬਹੁਤ ਦਿਲਚਸਪ ਆ। ਜਿਵੇਂ ਸਰਕਾਰਾਂ ਕੇਂਦਰ ਦੀ ਕਹਿੰਦੀ ਹੈ ਰਾਜ ਦਾ ਮਾਮਲਾ ਵਾ, ਉੱਦਾਂ ਹੀ ਇੱਕ ਬੜੀ ਦਿਲਚਸਪ ਗੱਲ ਹੈ ਕਿ CRP ਜਿਹੜੀ ਬਾਹਰੋਂ ਗਈ ਹੈ ਉਹ ਤਾਂ ਉਹਨਾਂ ਖੇਤਰਾਂ ਦੇ ਵਿੱਚ ਅਗਵਾਈ ਕਰਦੀ ਹੈ ਨਕਸਲਿਜ਼ਮ ਦੇ ਨਾਲ ਲੜਨ ਦੀ, ਪਰ ਜਿਹੜੀਆਂ ਰਾਜ ਦੀ ਪੁਲਿਸ ਨੇ ਸਾਰੇ ਰਾਜਾਂ ਦੇ ਵਿੱਚ ਇਸ ਰੈੱਡ ਕੋਰੀਡੋਰ ਦੇ ਵਿੱਚ ਉਹ ਸਿਰਫ ਹੈਲਪ ਕਰਦੀ ਹੈ। ਹਾਲਾਂਕਿ ਲੋਕਲ ਪੁਲਿਸ, ਲੋਕਲ ਲੋਕ ਸ਼ਾਇਦ ਉਸ ਸਿਚੁਏਸ਼ਨ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਦੇ ਹੋਣ, ਪਿੰਡਾਂ ਦੀ ਲੋਕੇਸ਼ਨ ਚੰਗੀ ਤਰ੍ਹਾਂ ਸਮਝਦੇ ਹੋਣ, ਲੋਕਾਂ ਦੀ ਸਮੱਸਿਆ ਵੀ ਸ਼ਾਇਦ ਉਹ ਚੰਗੀ ਤਰ੍ਹਾਂ ਜ਼ਿਆਦਾ ਖੂਬੀ ਨਾਲ ਸਮਝਦੇ ਹੋਣ, ਪਰ ਸਰਕਾਰ ਦਾ ਕਿਉਂਕਿ ਤੰਤਰ ਸਿਰਫ ਅਮਨ ਕਾਨੂੰਨ ਦੇ ਨਾਂ ਦੇ ਉੱਤੇ ਚੱਲਦਾ, ਇਸ ਕਰਕੇ ਉਹ ਉਹਨਾਂ ਲੋਕਾਂ ਨੂੰ ਬਹੁਤਾ ਇਨਵੋਲਵ ਨਹੀਂ ਕਰਨਾ ਚਾਹੁੰਦੇ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਨਾਲ ਜੋੜਦੇ ਹੋਏ ਅਮਨ ਕਾਨੂੰਨ ਦੇ ਮਸਲੇ ਨੂੰ ਹੱਲ ਕਰਨ ਬਾਰੇ ਕੋਈ ਰਾਏ ਦੇ ਸਕਦੇ ਹੋ। ਬਿਲਕੁਲ ਸ਼ਬੀਰ ਜੀ, ਪੂਰੇ ਦੇ ਪੂਰੇ ਇਨਸੀਡੈਂਟ ਤੋਂ ਬਾਅਦ ਇਮੀਡੀਏਟ ਬਾਅਦ ਭਾਰਤ ਦੇ ਰਾਸ਼ਟਰਪਤੀ ਵੱਲੋਂ ਵੀ ਇਹ ਬਿਆਨ ਆਉਂਦਾ ਹੈ
कि ਜਿਹੜਾ ਪੂਰਾ ਇਨਸੀਡੈਂਟ ਹੋਇਆ ਹੈ ਉਸ ਨੂੰ ਸਟਰੋਂਗਲੀ ਕੰਡੈਮ ਕਰਦੇ ਨੇ ਔਰ ਜਿਹੜੇ ਉੱਥੇ ਸ਼ਹੀਦ ਹੋਏ ਨੇ ਜਵਾਨ ਉਹਨਾਂ ਨੂੰ ਸ਼ਰਧਾਂਜਲੀ ਵੀ ਉਹਨਾਂ ਨੇ ਦਿੱਤੀ। ਸੋ ਕਿਤੇ ਨਾ ਕਿਤੇ ਹੋਮ ਮਿਨਿਸਟਰੀ ਵੱਲੋਂ ਵੀ ਕੁਝ ਆਪਣੇ ਜਿਹੜੇ ਆਫੀਸ਼ੀਅਲਸ ਆ ਉਸ ਮੌਕੇ ਤੇ ਮੌਕਾ ਵਾਰਦਾਤ ਦੇ ਉੱਪਰ ਭੇਜੇ ਗਏ ਔਰ ਪੂਰੀ ਸਿਚੁਏਸ਼ਨ ਨੂੰ ਐਨਾਲਾਈਜ਼ ਕਰਨ ਵਾਸਤੇ ਉੱਥੇ ਭੇਜਿਆ ਗਿਆ। ਪਰ ਅਜੀਤ ਜੀ ਸਾਰੇ ਇਨਸੀਡੈਂਟ ਤੋਂ ਬਾਅਦ ਅਸੀਂ ਜਦੋਂ ਇਦਾਂ ਦੀਆਂ ਸਟੇਟਮੈਂਟ ਦਿੰਦੇ ਆ, ਸ਼ਰਧਾਂਜਲੀਆਂ ਵੀ ਦਿੰਦੇ ਆ ਔਰ ਉਹਨਾਂ ਨੂੰ ਕੰਡੈਮ ਵੀ ਕਰਦੇ ਆ ਉਹੋ ਜਿਹੇ ਇਨਸੀਡੈਂਟਸ ਨੂੰ, ਪਰ ਕੀ ਸਾਡੀਆਂ ਸਰਕਾਰਾਂ ਨੂੰ ਨਹੀਂ ਚਾਹੀਦਾ ਕਿ ਉਹ ਇਸ ਤਰ੍ਹਾਂ ਦੇ ਜਿਹੜੇ ਪਲਾਨਸ ਕਰਦੀਆਂ ਨੇ ਜਾਂ ਇਸ ਤਰ੍ਹਾਂ ਦੇ ਜਿਹੜੀਆਂ ਬਟਾਲੀਅਨਸ ਨੂੰ ਇਹ ਫੋਰਸਿਸ ਨੂੰ ਉੱਥੇ ਤਾਇਨਾਤ ਕਰਦੀਆਂ ਨੇ ਉਹ ਪੂਰੀ ਦੀ ਪੂਰੀ ਤਿਆਰੀ ਨਾਲ ਉੱਥੇ ਤਾਇਨਾਤ ਕੀਤਾ ਜਾਵੇ ਤਾਂ ਕਿ ਇਦਾਂ ਦੇ ਜਿਹੜੇ ਅਟੈਕਸ ਹੈ, ਕਿਉਂਕਿ ਅਗਰ ਹਿਸਟਰੀ ਵੀ ਅਸੀਂ ਦੇਖੀਏ ਤਾਂ ਜਿਹੜੇ ਮਾਇਸਟ ਅਟੈਕ ਸੀਗੇ ਉਹ ਰੈਗੂਲਰ ਜਿਹੜੇ ਹੁੰਦੇ ਆਏ ਸੀ ਔਰ ਹੁੰਦੇ ਆ ਰਹੇ ਨੇ। ਸੋ ਕਿਤੇ ਨਾ ਕਿਤੇ ਸਰਕਾਰਾਂ ਦੀ ਅਜੀਤ ਜੀ ਤੁਹਾਨੂੰ ਢਿੱਲ ਨਹੀਂ ਲੱਗਦੀ ਇਹਦੇ ਵਿੱਚ ਕਿ ਅਸੀਂ ਬਿਨਾਂ ਤਿਆਰੀ ਤੋਂ ਬਿਨਾਂ ਕਿਸੇ ਪ੍ਰੈਪਰੇਸ਼ਨ ਤੋਂ ਅਸੀਂ ਆਪਣੇ ਜਵਾਨ ਜਿਹੜੇ ਆ ਉੱਥੇ ਲਗਾ ਦਿੰਦੇ ਆ ਔਰ ਇਸ ਤਰ੍ਹਾਂ ਦੇ ਜਿਹੜੇ ਇਨਸੀਡੈਂਟ ਹੈ ਉਹ ਰੈਗੂਲਰਲੀ ਜਿਹੜੇ ਭਾਰਤ ਦੇ ਵਿੱਚ ਵਾਪਰਦੇ ਆ। ਕੀ ਸਾਨੂੰ ਪ੍ਰੋਪਰ ਤਿਆਰੀ ਦੇ ਨਾਲ ਉੱਥੇ ਆਪਣੀਆਂ ਬਟਾਲੀਆਂ ਨਹੀਂ ਭੇਜਣੀਆਂ ਚਾਹੀਦੀਆਂ? ਦੇਖੋ ਜਿਵੇਂ ਸੀਪੀ ਸਿੰਘ ਜੀ ਸ਼ਬਦੀਸ਼ ਜੀ ਨੇ ਵੀ ਬਿਆਨ ਕੀਤਾ, ਇਹਨਾਂ ਨੇ ਇੱਕ ਜਿਹੜਾ ਨੁਕਤਾ ਚੁੱਕਿਆ ਬੜਾ ਮਹੱਤਵਪੂਰਨ ਹੈ ਜੀ ਕਿ ਉੱਥੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਤੁਸੀਂ ਬਿਲਕੁਲ ਅਣਦੇਖਿਆ ਨਹੀਂ ਕਰ ਸਕਦੇ ਹੈਗੇ। ਜੀ ਬਿਲਕੁਲ ਬਹੁਤ ਜ਼ਰੂਰੀ ਪੱਖ ਹੈ ਉਹ। ਔਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਜੇ ਉੱਥੇ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਜਾਂ ਉਹ ਮਾਓਵਾਦੀ ਜਿਹੜੇ ਹੈਗੇ ਨਕਸਲਾਈਟ ਹਥਿਆਰਬੰਦ ਲੜਾਈ ਲੜਨ ਵਾਲੇ ਲੋਕ ਜੇ ਉਹਨਾਂ ਨਾਲ ਜਿਹੜਾ ਸਿੱਝਣਾ ਹੈ ਉਹਨਾਂ ਨੂੰ ਕਾਬੂ ਕਰਨ ਦੀ ਡਿਊਟੀ ਜੇ ਤੁਸੀਂ ਲਾਉਂਦੇ ਹੋ ਉੱਥੇ ਜਿਹੜੀ ਵੀ ਸੁਰੱਖਿਆ ਏਜੰਸੀ ਦੀ, ਤਾਂ ਉਹਦੇ ਵਿੱਚ ਸੁਰੱਖਿਆ ਏਜੰਸੀ ਨੂੰ ਇੰਨਾ ਸਮਰੱਥ ਬਣਾਉਣਾ ਸਰਕਾਰ ਦਾ ਕੰਮ ਹੈ ਕਿ ਉਹ ਉੱਥੇ ਘੱਟ ਤੋਂ ਘੱਟ ਨੁਕਸਾਨ ਉਠਾ ਕੇ ਉੱਥੇ ਉਸ ਸਮੱਸਿਆ ਤੇ ਕਾਬੂ ਪਾ ਸਕਦੀ ਹੋਵੇ। ਜੀ ਇਹ ਇੱਕ ਪੱਖ ਹੈ ਜਿਹੜਾ ਸ਼ਬਦੀਸ਼ ਜੀ ਉਠਾ ਰਹੇ ਸੀ, ਉਹ ਦੂਜਾ ਪੱਖ ਹੈ ਨਕਾਰਿਆ ਉਹਨੂੰ ਵੀ ਨਹੀਂ ਜਾ ਸਕਦਾ। ਜੀ ਇਹ ਚੀਜ਼ ਤਾਂ ਹੈ ਹੀ ਜਿਹੜੀ ਤੁਸੀਂ ਗੱਲ ਕੀਤੀ ਕਿਉਂਕਿ ਮੈਂ ਉਹਨਾਂ ਪਹਿਲਾਂ ਵੀ ਦੇ ਅਜੀਤ ਜੀ ਇੱਕ ਸੈਕਿੰਡ ਉਹਨਾਂ ਦੇ ਰਾਈਟਸ ਕੀ ਨੇ, ਉਹ ਕਿਸ ਡਿਮਾਂਡ ਦੇ ਤਹਿਤ ਕਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਡਿਮਾਂਡਾਂ ਨੇ ਉਸ ਦੇ ਤਹਿਤ ਉਹ ਇਦਾਂ ਦੇ ਅਟੈਕ ਕਰਦੇ ਨੇ, ਇਹ ਚੀਜ਼ ਗਵਰਨਮੈਂਟ ਨਹੀਂ ਸਮਝਦੀ। ਇਸੇ ਕਰਕੇ ਮੈਂ ਸ਼ਾਇਦ ਤੁਹਾਨੂੰ ਕੁਐਸਚਨ ਕੀਤਾ ਕਿ ਕਿਉਂ ਕੀ ਮਜਬੂਰੀ ਹੈ ਸਰਕਾਰ ਦੀ ਕਿ ਅਸੀਂ ਪੂਰੀ ਤਰੀਕੇ ਨਾਲ ਉੱਥੇ ਗੱਲਬਾਤ ਨਹੀਂ ਕਰ ਪਾਉਂਦੇ ਔਰ ਪ੍ਰੋਪਰ ਤਰੀਕੇ ਨਾਲ ਉੱਥੇ ਆਪਣੇ ਫੋਰਸਿਸ ਨੂੰ ਤਿਆਰ ਕਰਕੇ ਨਹੀਂ ਭੇਜਦੇ। ਇਸੇ ਕਰਕੇ ਮੈਂ ਪੁੱਛ ਰਿਹਾ ਕਿ ਕਿਸ ਤਰ੍ਹਾਂ ਦੀਆਂ ਡਿਮਾਂਡਸ ਮਾਰਚ ਦੀਆਂ ਹੈਗੀਆਂ, ਕੀ ਉਹ ਗਰੀਬ ਨੇ, ਗਰੀਬ ਫਾਰਮਰਸ ਨੇ, ਕਿਸ ਤਰ੍ਹਾਂ ਦੀਆਂ ਡਿਮਾਂਡ ਗਵਰਨਮੈਂਟ ਕਿਉਂ ਨਹੀਂ ਇਸ ਤੇ ਵਰਕ ਕਰਦੀ? ਵਰਕ ਨਾ ਕਰਨ ਦਾ ਇਹ ਹੈ ਕਿ ਜਿਹੜੇ ਪੋਲੀਟੀਸ਼ੀਅਨਸ ਨੇ ਔਰ ਇਹ ਕਿਸੇ ਇੱਕ ਪਾਰਟੀ ਨੂੰ ਵੀ ਮੈਂ ਉਹਦੇ ਨਾਲ ਨਹੀਂ ਜੋੜਾਂਗਾ, ਚਾਹੇ ਕਾਂਗਰਸ ਪਾਰਟੀ ਦਾ ਇਹਦੀ ਰਾਜ ਰਿਹਾ ਚਾਹੇ ਇਸ ਵਕਤ ਬੀਜੇਪੀ ਦਾ ਰਾਜ ਹੈ। ਅਸਲੀਅਤ ਦੇ ਵਿੱਚ ਇਹ ਗੱਲ ਮੰਨਣੀ ਪਏਗੀ ਕਿ ਸਾਡੇ ਜਿਹੜੇ ਸਿਆਸਤਦਾਨ ਨੇ ਉਹ ਅਭਿੱਜ ਨੇ ਲੋਕਾਂ ਦੀਆਂ ਭਾਵਨਾਵਾਂ ਤੋਂ। ਹਰ ਇੱਕ ਚੀਜ਼ ਜਿਹੜੀ ਹੈਗੀ ਉਹਨੂੰ ਸਿਰਫ ਇੱਕ ਲਾਅ ਐਂਡ ਆਰਡਰ ਦੀ ਸਮੱਸਿਆ ਬਣਾ ਲਈ ਜਾਂਦੀ ਹੈ। ਹੁਣ ਜੇ ਇਸ ਤਰ੍ਹਾਂ ਦੀ ਸਿਚੁਏਸ਼ਨ ਕਸ਼ਮੀਰ 'ਚ ਵੀ ਪੈਦਾ ਹੁੰਦੀ ਹੈ, ਉੱਥੇ ਵੱਖਰੀ ਗੱਲ ਹੈ ਕਿ ਉੱਥੇ ਨਾਲ ਦਾ ਗੁਆਂਢੀ ਮੁਲਕ ਵੀ ਕੁਝ ਸਪਾਂਸਰ ਕਰ ਰਿਹਾ, ਕਿਉਂਕਿ ਮੈਂ ਉਹਨੂੰ ਡਿਟੇਲ 'ਚ ਨਹੀਂ ਜਾਵਾਂਗਾ ਕਿਉਂਕਿ ਅੱਜ ਅਸੀਂ ਉਹਨੂੰ ਡਿਸਕਸ ਨਹੀਂ ਕਰ ਰਹੇ। ਇੱਥੇ ਸਿਚੁਏਸ਼ਨ ਜਿਹੜੀ ਹੈਗੀ ਇਹ ਵੀ ਡਾਇਰੈਕਟ ਅੱਜ ਤੱਕ ਸਰਕਾਰ ਨਹੀਂ ਕਹਿੰਦੀ ਕਿ ਇਹਨਾਂ ਨੂੰ ਕੋਈ ਸਪਾਂਸਰ ਕਰ ਰਿਹਾ। ਜਦੋਂ ਕੋਈ ਸਪਾਂਸਰ ਵੀ ਨਹੀਂ ਕਰ ਰਿਹਾ, ਲੋਕ ਆਪਣਾ ਉੱਥੇ ਠੀਕ ਹੈ, ਉੱਥੇ ਜੰਗਲ ਨੇ, ਟੈਰਨ ਇਹੋ ਜਿਹਾ ਹੈ ਕਿ ਜਿੱਥੇ ਜਿਹੜੀ ਹੈਗੀ ਇਹੋ ਜਿਹੀਆਂ ਜਿਹੜੀਆਂ ਗੁਰੀਲਾ ਵਾਰ ਦੀ ਗਤੀਵਿਧੀਆਂ ਨੇ ਉਹਨਾਂ ਨੂੰ ਕਰਨਾ ਸੌਖਾ ਹੈਗਾ ਹੈ। ਪਰ ਉਹਦੇ ਬਾਵਜੂਦ ਕਿਉਂ ਲੋਕ ਲੱਗੇ, ਜਦੋਂ ਤੁਸੀਂ ਇਸ ਗੱਲ ਨੂੰ ਨਹੀਂ ਸਮਝੋਗੇ। ਉੱਥੇ ਆਦਿਵਾਸੀ ਲੋਕ ਰਹਿੰਦੇ ਨੇ, ਆਦਿਵਾਸੀ ਲੋਕਾਂ ਦਾ ਉੱਥੇ ਉਹਨਾਂ ਦੀ ਜ਼ਿੰਦਗੀ ਜਿਹਨੂੰ ਤਰਜ਼ ਜ਼ਿੰਦਗੀ ਕਹਿੰਦੇ, ਜ਼ਿੰਦਗੀ ਜਿਉਣ ਦਾ ਤਰੀਕਾ, ਉਹਨਾਂ ਦੀ ਸਾਧਨ ਜਿਹੜੇ ਹੈਗੇ ਉਹ ਸਾਰਾ ਕੁਝ ਉਸ ਤਰ੍ਹਾਂ ਦਾ ਜਿਹੜਾ ਉਹ ਆਪਣੀ ਸਦੀਆਂ ਤੋਂ ਉੱਥੇ ਦੀ ਜਿਹੜੀ ਪੌਣ ਪਾਣੀ ਬਨਸਪਤੀ ਦੇ ਵਿੱਚੋਂ ਆਪਣਾ ਰੁਜ਼ਗਾਰ, ਆਪਣਾ ਜ਼ਿੰਦਗੀ ਦਾ ਜਿਹੜਾ ਤਰੀਕਾ ਉਹਦੇ ਹਿਸਾਬ ਨਾਲ ਜ਼ਿੰਦਗੀ ਜੀ ਰਹੇ ਨੇ। ਗਵਰਨਮੈਂਟ ਉੱਥੇ ਜਿਹੜੇ ਮੈਨੂੰ ਆਪਣਾ ਲੱਗਦਾ ਕਿ ਜਿਹੜੇ ਉੱਥੇ ਕੁਦਰਤੀ ਸਾਧਨ ਨੇ ਉਹਨਾਂ ਨੂੰ ਪ੍ਰਾਪਤ ਕਰਨ ਵਾਸਤੇ ਉਹਨਾਂ ਦੀ ਜ਼ਿੰਦਗੀ ਤੇ ਐਨਕਰੋਚ ਕਰ ਰਹੀ ਹੈ, ਉਹਨਾਂ ਦੀ ਜ਼ਿੰਦਗੀ 'ਚ ਖਲਲ ਹੈ। ਔਰ ਇਹ ਜ਼ਰੂਰੀ ਨਹੀਂ ਕਿ ਜਿਹੜੇ ਉੱਥੇ ਆਦਿਵਾਸੀ ਲੋਕ ਨੇ ਉਹ ਕੁਝ ਵੀ ਨਹੀਂ ਸਮਝਦੇ। ਸ਼ਾਇਦ ਗਵਰਨਮੈਂਟ ਦੀ ਪਰਸੈਪਸ਼ਨ ਹੁੰਦੀ ਹੈ ਕਿ ਇਹ ਲੋਕ ਸਮਝਦੇ ਨਹੀਂ, ਪਰ ਉਹ ਸਮਝਦੇ ਨੇ ਕਿ ਜਿਸ ਧਰਤੀ ਤੇ ਅਸੀਂ ਸਦੀਆਂ ਤੋਂ ਰਹਿ ਰਹੇ ਹਾਂ ਉਸ ਧਰਤੀ ਦੇ ਸਾਧਨਾਂ ਤੇ ਸਾਡਾ ਹੱਕ ਹੈ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੰਜਾਬ ਦੇ ਪਾਣੀਆਂ ਦੀ ਹੱਕ ਦੀ ਗੱਲ ਹੋ ਰਹੀ ਹੈ, ਉੱਥੇ ਵੀ ਇੱਕ ਮਸਲਾ ਹੈਗਾ ਮੇਰੀ ਸਮਝ ਦੇ ਅਨੁਸਾਰ
ਕਿ ਉਹਨਾਂ ਸਾਧਨਾਂ ਨੂੰ ਐਕਸਪਲੋਇਟ ਕੀਤਾ ਜਾ ਰਿਹਾ ਹੈ। ਉਹਨਾਂ ਸਾਧਨਾਂ ਤੇ ਉਹਨਾਂ ਲੋਕਾਂ ਦਾ ਜਿਹੜੇ ਉੱਤੇ ਧਰਤੀ ਤੇ ਰਹਿ ਰਹੇ ਨੇ ਉਹਨਾਂ ਦਾ ਹੱਕ ਨਹੀਂ ਮੰਨਿਆ ਜਾ ਰਿਹਾ। ਜ਼ਮੀਨੀ ਸੁਧਾਰ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਨਹੀਂ ਕੀਤੇ ਜਾ ਰਹੇ। ਸ਼ਾਇਦ ਉਹ ਜ਼ਮੀਨੀ ਸੁਧਾਰ ਕਰਨ ਸਰਕਾਰਾਂ ਨੂੰ ਜਿਹੜਾ ਹੈਗਾ ਜਿਸ ਤਰ੍ਹਾਂ ਦਾ ਉਹ ਆਰਥਿਕ ਤੇ ਸਮਾਜਿਕ ਜਿਹੜਾ ਤਾਣਾ ਬਾਣਾ ਉੱਥੇ ਸਥਾਪਿਤ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵਾਰਾ ਨਹੀਂ ਖਾਂਦਾ। ਉਹਨਾਂ ਨੂੰ ਲੱਗਦਾ ਕਿ ਉਹ ਆਰਥਿਕ ਤਾਣਾ ਬਾਣਾ ਜਿਹੜਾ ਹੈਗਾ ਜਿਹੜੀ ਇਹ ਆ ਜਾਂਦੇ ਕਿ ਸਾਧਨਾਂ ਦੀ ਲੁੱਟ ਖਸੁੱਟ ਦੇ ਵਿਰੁੱਧ ਜਿਹੜੇ ਹੈਗੀ ਉਹ ਲੋਕ ਖੜਦੇ ਨੇ ਪਰ ਉਹਨਾਂ ਦੀਆਂ ਭਾਵਨਾਵਾਂ ਨੂੰ ਉਹਨਾਂ ਦੇ ਹੱਕ ਨੂੰ ਸਰਕਾਰਾਂ ਮੰਨਣ ਨੂੰ ਤਿਆਰ ਨਹੀਂ ਹੈਗੀਆਂ। ਔਰ ਫਿਰ ਦੂਸਰੀ ਗੱਲ ਜਿਹੜੀ ਉੱਥੇ ਡਿਵੈਲਪਮੈਂਟ ਸਰਕਾਰਾਂ ਕਰਨੀਆਂ ਚਾਹੁੰਦੀਆਂ ਨੇ ਉਹਦੇ ਵਿੱਚ ਉਹਨਾਂ ਦੀ ਜ਼ਿੰਦਗੀ 'ਚ ਕਿਵੇਂ ਹੌਲੀ ਹੌਲੀ ਤਬਦੀਲੀ ਕੀਤੀ ਜਾ ਸਕਦੀ ਹੈ ਉਹਨਾਂ ਨੂੰ ਉਹਦੇ ਬਾਰੇ ਸਜਗ ਕਰਨ ਵਾਸਤੇ ਤਿਆਰ ਨਹੀਂ ਹੈਗੇ। ਉਹਨਾਂ ਦੇ ਨਾਲ ਡਾਇਲੋਗ ਨਹੀਂ ਕਰਨ ਨੂੰ ਤਿਆਰ ਕਿ ਤੁਹਾਡੀ ਜ਼ਿੰਦਗੀ ਤੁਹਾਡਾ ਪੌਣੋਂ ਪਾਣੀ ਬਦਲੇ ਤੋਂ ਬਿਨਾਂ ਅਸੀਂ ਕੁਝ ਚੰਗੀ ਕਰਨੀ ਚਾਹੁੰਦੇ ਹਾਂ। ਉਸ ਪੱਖ ਨੂੰ ਬਿਲਕੁਲ ਸਰਕਾਰਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਪਾਸੇ ਰੱਖਤਾ ਕਿਉਂਕਿ ਪੋਲੀਟੀਸ਼ੀਅਨਸ ਦਾ ਬਹੁਤ ਵੱਡਾ ਹਿੱਸਾ ਸਾਧਨਾਂ ਦੀ ਲੁੱਟ ਖਸੁੱਟ ਦੇ ਵਿੱਚ ਮਿਲਿਆ ਹੁੰਦਾ। ਮੈਂ ਬੜੀ ਸਪਸ਼ਟ ਤੌਰ ਤੇ ਕਹਿਣਾ ਚਾਹਾਂਗਾ ਉਹਨਾਂ ਦਾ ਸਾਧਨਾਂ ਦੀ ਲੁੱਟ ਖਸੁੱਟ ਕਰਨ ਵਾਲੇ ਲੋਕਾਂ ਦੇ ਨਾਲ ਬਹੁਤ ਵੱਡੀ ਸਾਂਝ ਹੁੰਦੀ ਹੈ। ਇਸ ਕਰਕੇ ਉਹ ਲੁੱਟ ਖਸੁੱਟ ਕਰਨਾ ਚਾਹੁੰਦੇ ਨੇ ਪਰ ਉਹਨਾਂ ਦੇ ਹੱਕ ਨੂੰ ਦੇਣ ਨੂੰ ਤਿਆਰ ਨਹੀਂ ਹੁੰਦੇ ਹੈਗੇ। ਔਰ ਇਸ ਚੀਜ਼ ਨੂੰ ਇਸ ਤਰ੍ਹਾਂ ਦੀ ਸਮੱਸਿਆ ਮੰਨੇ ਉਹਨਾਂ ਲੋਕਾਂ ਦੀ ਸੋਸ਼ੋ ਇਕਨੋਮਿਕ ਸਮੱਸਿਆ ਮੰਨਿਆ ਤੋਂ ਬਿਨਾਂ ਤੁਸੀਂ ਉਹਨਾਂ ਲੋਕਾਂ ਦੇ ਨਾਲ ਜਿਹੜਾ ਹੈਗਾ ਇੱਕ ਸ਼ਾਂਤੀ ਸਥਾਪਿਤ ਕਰਨੀ ਮੈਨੂੰ ਇਦਾਂ ਲੱਗਦੀ ਹੈ ਕਿ ਪੋਸੀਬਲ ਨਹੀਂ ਹੈਗੇ। ਇੱਕ ਤਾਂ ਉੱਥੇ ਇਹ ਗਲਤੀ ਕਰ ਰਹੇ ਨੇ ਸਾਡੀ ਪੋਲੀਟੀਸ਼ੀਅਨ ਤੇ ਜਿਹੜੇ ਹੈਗੇ ਲੁੱਟ ਖਸੁੱਟ ਕਰਨ ਵਾਲੇ ਲੋਕਾਂ ਦੀ ਇੱਕ ਵੱਡੀ ਗਲਤੀ ਹੈ ਕਿ ਉਹਨਾਂ ਲੋਕਾਂ ਦੇ ਹੱਕਾਂ ਨੂੰ ਪਛਾਣਨ ਦੀ ਕੋਸ਼ਿਸ਼ ਨਹੀਂ ਕਰਦੇ। ਫਿਰ ਜੇ ਉੱਥੇ ਲਾ ਐਂਡ ਆਰਡਰ ਪ੍ਰੋਬਲਮ ਖੜੀ ਹੁੰਦੀ ਹੈ ਉਦੋਂ ਉਹਦਾ ਜਦੋਂ ਹੱਲ ਕਰਨ ਵਾਸਤੇ ਸੁਰੱਖਿਆ ਬਲਾਂ ਨੂੰ ਭੇਜਦੇ ਨੇ ਤਾਂ ਉਹਨਾਂ ਦੀ ਜਿਹੜੀ ਆਪਣੀ ਰੱਖਿਆ ਹੈ ਉਹਦੇ ਵਾਸਤੇ ਬਿਲਕੁਲ ਜੋ ਵੀ ਕਿਸੇ ਚੰਗੀ ਜਾਗਰੂਕਤਾ ਜਾਂ ਸੁਹਿਰਦ ਅਪਰੋਚ ਜਿਹੜੀ ਹੈਗੀ ਉਹਦਾ ਜਿਹੜੀ ਮਿਸਾਲ ਕਿਤੋਂ ਨਹੀਂ ਮਿਲਦੀ ਹੈਗੀ। ਉਹਨਾਂ ਲੋਕਾਂ ਨੂੰ ਉੱਥੇ ਭੇਜ ਦਿੱਤਾ ਜਾਂਦਾ ਕਿ ਤੁਸੀਂ ਲੋਕਾਂ ਦੀ ਕੰਸਟਰਕਸ਼ਨ ਵਾਲਿਆਂ ਦੀ ਜਾਂ ਕਿਸੇ ਵੀ ਜੋ ਸਰਕਾਰੀ ਕੰਮ ਉੱਥੇ ਕਰਾਉਣਾ ਚਾਹੁੰਦੇ ਨੇ ਉਹਨਾਂ ਦੀ ਰੱਖਿਆ ਕਰੋ। ਪਰ ਇਹ ਦੇਖਿਆ ਨਹੀਂ ਜਾਂਦਾ ਕਿ ਕੀ ਇਹ ਲੋਕ ਆਪਣੀ ਰੱਖਿਆ ਕਰਨ ਦੇ ਸਮਰੱਥ ਵੀ ਹੈਗੇ ਨੇ ਜੀ ਬਿਲਕੁਲ ਇਹ ਸੁਰੱਖਿਅਤ ਹੈਗੇ ਨੇ। ਸੋ ਇਹਨੂੰ ਇੱਕ ਤਰ੍ਹਾਂ ਦੀ ਕ੍ਰਿਮੀਨਲ ਨੈਗਲੀਜੈਂਸੀ ਹੈਗੀ ਸਰਕਾਰੀ ਤੰਤਰ ਦੀ ਮੈਨੂੰ ਨਜ਼ਰ ਆਉਂਦੀ ਜੀ 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 ਕ੍ਰਿਮੀਨਲ ਨੈਗਲੀਜੈਂਸੀ ਬਿਲਕੁਲ ਹੈਗੀ ਹੈ। ਬਟ ਇੱਥੇ ਇੱਕ ਚੀਜ਼ ਹੋਰ ਬੜੀ ਇੰਟਰਸਟਿੰਗ ਨਿਕਲ ਕੇ ਸਾਹਮਣੇ ਆਉਂਦੀ ਹੈ ਸ਼ਬਦੀਸ਼ ਜੀ ਕਿ ਜਵਾਨ ਨੇ ਜਦੋਂ ਘਾਇਲ ਜਵਾਨ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਬੜੇ ਪਲਾਨਡ ਵੇ ਨਾਲ ਪਿੰਡ ਦੇ ਲੋਕਾਂ ਨੂੰ ਮਾਇਓਸ ਨੇ ਭੇਜਿਆ ਔਰ ਪੂਰੀ ਰੇਕੀ ਕਰਨ ਵਾਸਤੇ ਕਿ ਕਿੰਨੇ ਜਵਾਨ ਨੇ ਔਰ ਉਹਨਾਂ ਕੋਲ ਕਿੱਦਾਂ ਦਾ ਅਸਲਾ ਹੈ। ਔਰ ਸਭ ਤੋਂ ਵੱਡੀ ਇੰਟਰਸਟਿੰਗ ਗੱਲ ਸੀ ਕਿ ਉਹ ਜਿਹੜੇ ਰੇਕੀ ਕਰਨ ਲੋਕ ਗਏ ਸੀ ਉੱਥੇ ਉਹਨਾਂ ਦੇ ਵਿੱਚ ਔਰਤਾਂ ਵੀ ਸ਼ਾਮਿਲ ਸੀ ਔਰ ਔਰਤਾਂ ਦੇ ਕੋਲ ਵੈਪਨਸ ਵੀ ਸੀਗੇ ਜਿਹੜੇ ਕਿ AK-47 ਤੱਕ ਦੇ ਜਿਹੜੇ ਵੈਪਨਸ ਉਹਨਾਂ ਕੋਲ ਸੀਗੇ। ਸਭ ਤੋਂ ਵੱਡੀ ਇੰਟਰਸਟਿੰਗ ਚੀਜ਼ ਨਿਕਲ ਕੇ ਸਾਹਮਣੇ ਇਹ ਆਉਂਦੀ ਹੈ ਸ਼ਬਦੀਪ ਜੀ ਕਿ ਉਹਨਾਂ ਕੋਲ ਵੈਪਨਸ ਜਿਹੜੇ ਹੈ ਉਹ ਕਿੱਥੋਂ ਆਏ। ਕੁਝ ਖਬਰਾਂ ਔਰ ਕੁਝ ਮੀਡੀਆ ਹਾਊਸਿਸ ਇਹ ਵੀ ਕਹਿੰਦੇ ਨੇ ਕਿ ਜਿਹੜੇ ਉਹ ਵੈਪਨਸ ਹੈਗੇ ਨੇ ਉਹ ਚਾਈਨਾ ਜਾਂ ਨੇਪਾਲ ਤੋਂ ਜਿਹੜੇ ਆ ਇੰਪੋਰਟ ਕੀਤੇ ਜਾਂਦੇ ਸੀ। ਸੋ ਕਿਤੇ ਨਾ ਕਿਤੇ ਇਸ ਇੱਕ ਬਹੁਤ ਵੱਡਾ ਕੁਐਸਚਨ ਇੱਥੇ ਖੜਾ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਐਕਟੀਵਿਟੀ ਨੂੰ ਅੰਜਾਮ ਦੇਣ ਵਾਸਤੇ ਜਿਹੜੇ ਹਥਿਆਰ ਉੱਥੇ ਯੂਜ਼ ਕੀਤੇ ਗਏ ਉਹ ਕਿੱਥੋਂ ਆਏ, ਉਹ ਮਾਇਓਸ ਦੇ ਕੋਲੋਂ ਉਹ ਉਹਨਾਂ ਲੋਕਾਂ ਦੇ ਕੋਲੋਂ ਕਿਸ ਤਰ੍ਹਾਂ ਇੰਪੋਰਟ ਹੋ ਕੇ ਉਹ ਆਏ ਔਰ ਕਿਸ ਤਰ੍ਹਾਂ ਉਹਨਾਂ ਨੂੰ ਉਸ ਵੈਪਨਸ ਨੂੰ ਚਲਾਉਣ ਦੀ ਟ੍ਰੇਨਿੰਗ ਜਿਹੜੀ ਆ ਉਹ ਦਿੱਤੀ ਗਈ। ਇਸ ਸਾਰੇ ਵਿਸ਼ੇ ਤੇ ਸ਼ਬਦੀਪ ਜੀ ਮੈਂ ਤੁਹਾਡੀ ਰਾਏ ਜਾਣਨਾ ਚਾਹੂੰਗਾ ਕਿ ਕੀ ਸਟ੍ਰੈਟਜੀ ਹੈ ਇਹਦੇ ਵਿੱਚ ਇੱਕ ਪਲਾਨਡ ਸਟ੍ਰੈਟਜੀ ਹੈ ਜਿਹਦੇ ਨਾਲ ਉਹ ਹਥਿਆਰ ਯੂਜ਼ ਕਰਨਾ ਸਿੱਖਦੇ ਨੇ ਔਰ ਹਥਿਆਰਾਂ ਨੂੰ ਆਪਣੇ ਤੱਕ ਪਹੁੰਚਾਉਣ ਦੀ ਵੀ ਜਿਹੜੀ ਸਟ੍ਰੈਟਜੀ ਉਹ ਅਪਣਾਉਂਦੇ ਨੇ ਕਿਸ ਤਰ੍ਹਾਂ ਇਸ ਪੂਰੇ ਸਿਸਟਮ ਨੂੰ ਅੰਜਾਮ ਦਿੰਦੇ ਨੇ। ਸੀਪੀ ਸਿੰਘ ਜੀ ਮੈਂ ਇਹ ਸਵਾਲ ਇਹ ਕਰਨਾ ਚਾਹੁੰਦਾ ਕਿ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਕਿ ਹਥਿਆਰ ਆਏ ਕਿੱਥੋਂ। ਉਹ ਤਾਂ ਕਿਤੋਂ ਨਾ ਕਿਤੋਂ ਆ ਜਾਣਗੇ ਜਦੋਂ ਇਦਾਂ ਦਾ ਸੰਘਰਸ਼ ਚੱਲੇਗਾ। ਉਹ ਪੈਸੇ ਨਾਲ ਵੀ ਖਰੀਦੇ ਜਾ ਸਕਦੇ ਨੇ, ਉਹ ਕਿਸੇ ਸਾਜ਼ਿਸ਼ ਦੇ ਤਹਿਤ ਵੀ ਆ ਸਕਦੇ ਨੇ, ਕਿਸੇ ਨੀਤੀ ਦੇ ਤਹਿਤ ਵੀ ਆ ਸਕਦੇ ਨੇ। ਉਹ ਇੱਕ ਅਲੱਗ ਗੱਲ ਹੈ। ਸਵਾਲ ਉਹੀ ਹੈ ਜਿਹੜਾ ਮੈਂ ਪਹਿਲਾਂ ਵੀ ਕਰ ਚੁੱਕਾ ਕਿ ਜਿਹੜੇ ਲੋਕ ਫੜੀਆਂ ਹੋਈਆਂ 3 ਮੱਛੀਆਂ ਤੋਂ 2 ਮੱਛੀਆਂ ਵਾਪਸ ਪਾਣੀ 'ਚ ਛੱਡ ਦਿੰਦੇ ਨੇ ਉਹਨਾਂ ਨੂੰ ਬੰਦੂਕ ਹਟਾਉਣੀ ਕਿਉਂ ਜਾਇਜ਼ ਲੱਗਦੀ ਹੈ। ਸਵਾਲ ਉਹਨਾਂ ਲੋਕਾਂ ਨੂੰ ਸਮਝੇ ਜਾਣ ਦਾ ਵਾ। ਜਿਹੜੀ ਗੱਲ ਨੂੰ ਸਮਝੇ ਜਾਣ ਦਾ ਅਸੀਂ ਯਤਨ ਬਿਲਕੁਲ ਵੀ ਨਹੀਂ ਕਰ ਰਹੇ। ਅਸੀਂ ਬੜੀ ਅਜੀਬ ਕਿਸਮ ਦੀਆਂ ਧਾਰਨਾਵਾਂ ਕਿਉਂਕਿ ਅਸੀਂ ਇੱਕ ਸੈੱਟ ਕਰ ਚੁੱਕੇ ਹਾਂ ਕਿ ਫਲਾਂ ਮੁਲਕ ਦੇ ਖਿਲਾਫ ਅਸੀਂ ਇੱਕ ਮਾਹੌਲ ਕ੍ਰੀਏਟ ਕਰਨਾ ਵਾ। ਅਸੀਂ ਉਹ ਮਾਹੌਲ ਕ੍ਰੀਏਟ ਕਰਨ ਲਈ ਜੋ ਦੁਨੀਆ ਭਰ ਦੇ ਇਲਜ਼ਾਮ ਹੋਣਗੇ ਉਹਦੇ ਖਾਤੇ ਦੇ ਵਿੱਚ ਪਾ ਦਿਆਂਗੇ। ਖਾਤੇ ਦੇ ਵਿੱਚ ਪਾ ਕੇ ਅਸੀਂ ਆਪਣਾ ਨੈਸ਼ਨਲਿਜ਼ਮ ਤਾਂ ਉਭਾਰ ਸਕਦੇ ਹਾਂ
ਪਰ ਸਮੱਸਿਆ ਤੱਕ ਨਹੀਂ ਅਸੀਂ ਪਹੁੰਚ ਸਕਦੇ। ਉਹੀ ਚਾਈਨਾ ਵਾ ਜਿਹਨੂੰ ਅਸੀਂ ਕਦੇ ਕਦੇ ਇਹ ਇਲਜ਼ਾਮ ਦਿੰਦੇ ਆ ਕਿ ਉਹ ਬਿਲਕੁਲ ਜੰਮੂ ਕਸ਼ਮੀਰ ਦੇ ਵਿੱਚ ਕੱਟੜ ਇਸਲਾਮਿਕ ਲੋਕਾਂ ਨੂੰ ਸਪੋਰਟ ਕਰ ਰਿਹਾ ਵਾ। ਉਸੇ ਚਾਈਨਾ ਦੇ ਉੱਤੇ ਅਸੀਂ ਇਲਜ਼ਾਮ ਲਾਉਣ ਦਾ ਯਤਨ ਕਰਦੇ ਹਾਂ ਕਿ ਉਹ ਨਕਸਲਿਜ਼ਮ ਨੂੰ ਸਪੋਰਟ ਕਰਕੇ ਭਾਰਤ ਦੇ ਵਿੱਚ ਇਨਕਲਾਬ ਕਰ ਦੇਣਾ ਚਾਹੁੰਦਾ ਵਾ। ਉਹ ਨੇਪਾਲ ਦੇ ਵਿੱਚ ਸਪੋਰਟ ਕਰਕੇ ਉੱਥੇ ਕੋਈ ਇਨਕਲਾਬ ਕਰ ਦੇਣਾ ਚਾਹੁੰਦਾ ਵਾ। ਮੈਨੂੰ ਸਮਝ ਨਹੀਂ ਲੱਗਦੀ ਕਿ ਚਾਈਨਾ ਇੱਕੋ ਵੇਲੇ ਕੀ ਚਾਹੁੰਦਾ ਵਾ। ਕੀ ਉਹ ਜੰਮੂ ਕਸ਼ਮੀਰ ਦੇ ਵਿੱਚ ਇਸਲਾਮਿਕ ਰਾਜ ਚਾਹੁੰਦਾ ਵਾ, ਕੀ ਉਹ ਦੇਸ਼ ਦੇ ਵਿੱਚ ਇੱਕ ਕ੍ਰਾਂਤੀਕਾਰੀ ਰਾਜ ਚਾਹੁੰਦਾ ਵਾ, ਮੈਨੂੰ ਨਹੀਂ ਸਮਝ ਆਉਂਦੀ। ਪਰ ਸਾਡਾ ਤੰਤਰ ਬਿਲਕੁਲ ਇਦਾਂ ਹੀ ਕਰ ਰਿਹਾ। ਇੱਕ ਗੱਲ ਮੈਂ ਜਿਹੜੀ ਇੱਥੇ ਕਰਨੀ ਚਾਹੁੰਦਾ ਤੁਹਾਡੇ ਨਾਲ ਇਸ ਮੁੱਦੇ ਦੇ ਉੱਤੇ ਜੋੜ ਕੇ, ਬੜੀ ਦਿਲਚਸਪ ਗੱਲ ਹੈ, ਬਲਕਿ ਮੈਂ ਉਹ ਆਪਣੇ ਵੱਲੋਂ ਨਹੀਂ ਕਰ ਰਿਹਾ। BSF ਦੇ ਸਾਬਕਾ ਡਾਇਰੈਕਟਰ ਜਨਰਲ ਨੇ ਸਰਦਾਰ ਪ੍ਰਕਾਸ਼ ਸਿੰਘ ਜੀ, ਜਿਨ੍ਹਾਂ ਨੇ ਪਿਛਲੇ ਦਿਨੀ ਜਾਟ ਅੰਦੋਲਨ ਦੇ ਉੱਤੇ ਜਿਹੜਾ ਅੰਦੋਲਨ ਹੋਇਆ ਸੀ ਉਹਦੀ ਰਿਪੋਰਟ ਤਿਆਰ ਕਰਨ ਦੀ ਵੀ ਬੁਨਿਆਦੀ ਤੌਰ ਤੇ ਉਹਨਾਂ ਦੀ ਜ਼ਿੰਮੇਵਾਰੀ ਲੱਗੀ ਸੀ। ਮੈਂ ਸਿਰਫ ਇਹ ਜਾਣਕਾਰੀ ਦੇ ਤੌਰ ਤੇ ਦੱਸ ਰਿਹਾ। ਉਹਨਾਂ ਨੇ ਕੁਝ ਗੱਲਾਂ ਕੀਤੀਆਂ ਨੇ, ਉਹਨਾਂ ਨੇ ਬਹੁਤ ਕਲੀਅਰ ਗੱਲਾਂ ਕੀਤੀਆਂ ਨੇ ਕਿ ਇਹ ਅਟੈਕ ਵਾਰ-ਵਾਰ ਇਸ ਕਰਕੇ ਹੁੰਦੇ ਨੇ ਕਿ ਸਾਡੇ ਤੰਤਰ ਦੇ ਲੋਕ ਜਿਹੜੇ ਨੇ ਉਹ ਇਸ ਸਮੱਸਿਆ ਨੂੰ ਫੇਸ ਕਰਨ ਤੋਂ ਜ਼ਿਆਦਾ ਹਰ 2-4 ਮਹੀਨੇ ਬਾਅਦ 10 ਦਿਨਾਂ ਦੇ ਬਾਅਦ ਇਸ ਗੱਲ ਦਾ ਪ੍ਰਚਾਰ ਕਰ ਦਿੰਦੇ ਨੇ ਕਿ ਨਕਸਲਿਜ਼ਮ ਦਾ ਲੱਕ ਟੁੱਟ ਗਿਆ, ਨਕਸਲਿਜ਼ਮ ਖਤਮ ਹੋ ਗਿਆ। ਤੁਹਾਨੂੰ ਯਾਦ ਹੋਊਗਾ ਜਦੋਂ ਨੋਟਬੰਦੀ ਦੀ ਗੱਲ ਚੱਲਦੀ ਸੀ ਉਦੋਂ ਹਰ ਪਾਸੇ ਐਲਾਨ ਕੀਤੇ ਜਾ ਰਹੇ ਸੀ ਕਿ ਜੰਮੂ ਕਸ਼ਮੀਰ ਦੇ ਵਿੱਚ ਹੁਣ ਅੱਤਵਾਦ ਨਹੀਂ ਰਹੇਗਾ, ਕਿਉਂਕਿ ਅੱਤਵਾਦੀਆਂ ਦਾ ਪੈਸਾ ਅਸੀਂ ਨੋਟਬੰਦੀ ਕਰਕੇ ਖਤਮ ਕਰ ਦਿੱਤਾ ਵਾ। ਰੈੱਡ ਕੋਰੀਡੋਰ ਦੇ ਵਿੱਚ ਨਕਸਲਿਜ਼ਮ ਖਤਮ ਹੋ ਜਾਏਗਾ ਕਿਉਂਕਿ ਅਸੀਂ ਉਹਨਾਂ ਦੇ ਕੋਲੋਂ ਉਹ ਸਾਰੇ ਸਾਧਨ ਖੋਲੇ ਨੇ ਜਿਨ੍ਹਾਂ ਦੇ ਨਾਲ ਉਹ ਹਥਿਆਰ ਖਰੀਦਦੇ ਨੇ। ਪਰ ਸਮੱਸਿਆ ਨਾ ਜੰਮੂ ਕਸ਼ਮੀਰ ਦੀ ਹੱਲ ਹੋਈ, ਨਾ ਰੈੱਡ ਕੋਰੀਡੋਰ ਦੀ ਸਮੱਸਿਆ ਹੱਲ ਹੋਈ। ਇਹਦਾ ਮਤਲਬ ਇਹ ਹੈ ਕਿ ਸਾਡੇ ਪ੍ਰਧਾਨ ਮੰਤਰੀ ਤੱਕ ਦੇ ਜਿਹੜੇ ਨੇਤਾ ਨੇ ਉਹ ਆਪਣੇ ਹੱਕ ਦੇ ਵਿੱਚ ਪ੍ਰਚਾਰ ਕਰਨ ਲਈ ਕਿਸੇ ਵੀ ਕਿਸਮ ਦੇ ਫਰੇਬੀ ਕਿਸਮ ਦੇ ਪ੍ਰਚਾਰ ਤੱਕ ਉਤਰ ਸਕਦੇ ਨੇ। ਔਰ ਇਹ ਸਮੱਸਿਆ ਜਦੋਂ ਪੈਦਾ ਹੋ ਜਾਂਦੀ ਹੈ ਫਿਰ ਉਸੇ ਗੱਲ ਨੂੰ ਬੜੀ ਆਸਾਨੀ ਦੇ ਨਾਲ ਭੁਲਾ ਵੀ ਸਕਦੇ ਨੇ। ਲੋਕਾਂ ਨੂੰ ਇਮੋਸ਼ਨਲ ਕਰਨ ਲਈ ਨੋਟਬੰਦੀ ਦੌਰਾਨ ਜਿਹੜੀਆਂ ਗੱਲਾਂ ਕੀਤੀਆਂ ਗਈਆਂ, ਪ੍ਰਕਾਸ਼ ਸਿੰਘ ਹੋਣਾ ਦੀ ਮਾਨਤਾ ਇਹ ਹੈ ਕਿ ਜਦੋਂ ਇੱਦਾਂ ਦੀਆਂ ਗੱਲਾਂ ਕਰਦੇ ਆ ਜਿਹੜੇ ਲੋਕ ਲੜ ਰਹੇ ਹੁੰਦੇ ਨੇ ਫਿਰ ਉਹ ਆਪਣੀ ਹੋਂਦ ਦਿਖਾਉਣ ਦੇ ਲਈ ਜਵਾਬੀ ਕਾਰਵਾਈ ਕਰਦੇ ਨੇ। ਔਰ ਇਹ ਜਿਹੜੀਆਂ ਕਾਰਵਾਈਆਂ ਲਗਾਤਾਰ ਨੋਟਬੰਦੀ ਤੋਂ ਬਾਅਦ ਨਕਸਲਿਜ਼ਮ ਦੇ ਖੇਤਰ ਦੇ ਵਿੱਚ ਹੋ ਰਹੀਆਂ ਨੇ, ਉਹਨਾਂ ਕਾਰਵਾਈਆਂ ਨੂੰ ਲਾਜ਼ਮੀ ਤੌਰ ਦੇ ਉੱਤੇ ਇਸ ਨਜ਼ਰੀਏ ਤੋਂ ਦੇਖਿਆ ਜਾਣਾ ਚਾਹੀਦਾ। ਦੂਜੀ ਮਿਸਾਲ ਉਹ ਇੱਕ ਬਹੁਤ ਦਿਲਚਸਪ ਦਿੰਦੇ ਨੇ ਕਿ ਜਿਹੜੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਕਿਹਾ ਕਰਦੇ ਸਨ ਕਿ ਇਹ ਸਭ ਤੋਂ ਵੱਡੀ ਅੰਦਰੂਨੀ ਸਮੱਸਿਆ ਹੈ, ਉਹ ਸੁਰੱਖਿਆ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੀਟਿੰਗ ਤੇ ਜਦੋਂ ਬੁਲਾਉਂਦੇ ਨੇ ਤਾਂ ਉਹਦੇ ਵਿੱਚ ਉਹ ਸਾਰਿਆਂ ਨੂੰ ਇਹ ਕਹਿੰਦੇ ਨੇ ਕਿ ਤੁਸੀਂ ਦੱਸੋ ਕਿ ਮਾਓਇਜ਼ਮ ਦੇ ਨਾਲ ਲੜਿਆ ਕਿਵੇਂ ਜਾਵੇ। ਪ੍ਰਕਾਸ਼ ਸਿੰਘ ਜਿਹੜੇ ਸਾਬਕਾ ਡਾਇਰੈਕਟਰ ਜਨਰਲ ਨੇ BSF ਦੇ, ਉਹ ਕਹਿੰਦੇ ਕਿ ਜਿਉਂ ਹੀ ਮੈਂ ਉਸ ਚੀਜ਼ ਨੂੰ ਕੋਡੀਫਾਈ ਕਰਨ ਦਾ ਯਤਨ ਕੀਤਾ ਕਿ ਇਸ ਸਮੱਸਿਆ ਨੂੰ ਡੀਲ ਕਿਵੇਂ ਕਰਨਾ ਚਾਹੀਦਾ ਤਾਂ ਸਾਰੇ ਜਾਣੇ ਜਿਹੜੇ ਤੰਤਰ ਦੇ ਵਿੱਚ ਬੈਠੇ ਸੀ ਸਮੇਤ ਪ੍ਰਧਾਨ ਮੰਤਰੀ ਨੂੰ ਕਹਿੰਦੇ ਵੀ ਨਹੀਂ ਰੁਕੋ, ਫਿਲਹਾਲ ਹਾਲੇ ਤੁਹਾਡੀਆਂ ਬਹੁਤੀਆਂ ਗੱਲਾਂ ਦੀ ਜ਼ਰੂਰਤ ਨਹੀਂ ਹੈ। ਜਦੋਂ ਤੁਹਾਡੀਆਂ ਇਹਨਾਂ ਗੱਲਾਂ ਦੀ ਜ਼ਰੂਰਤ ਹੋਏਗੀ ਤੁਹਾਨੂੰ ਬੁਲਾ ਲਿਆ ਜਾਏਗਾ ਫੌਰੀ ਤੌਰ ਤੇ, ਤਾਂ ਇਹ ਦੱਸੋ ਕਿ ਫੌਰੀ ਤੌਰ ਦੇ ਉੱਤੇ ਉਹਨਾਂ ਨਾਲ ਕਿਵੇਂ ਡੀਲ ਕੀਤਾ ਜਾਵੇ। ਵੀ ਲੰਮੇ ਸਮੇਂ ਦੀ ਰਣਨੀਤੀ ਬਣਾਉਣ ਦੇ ਲਈ ਸਰਕਾਰਾਂ ਬਿਲਕੁਲ ਵੀ ਤਿਆਰ ਹੀ ਨਹੀਂ ਹਨ। ਔਰ ਜਦੋਂ ਸਰਕਾਰਾਂ ਤਿਆਰ ਹੀ ਨਹੀਂ ਹੈ ਤਾਂ ਤੁਸੀਂ ਕਿਵੇਂ ਕਲਪਨਾ ਕਰ ਸਕਦੇ ਹੋ ਕਿ ਤੁਸੀਂ ਮਸਲੇ ਨੂੰ ਹੱਲ ਕਰ ਸਕਦੇ ਹੋ। ਦੋ ਤਰੀਕੇ ਨੇ, ਜਿਵੇਂ ਇੱਕ ਤਾਂ ਤਰੀਕਾ ਇਹ ਹੈ ਕਿ ਪ੍ਰਕਾਸ਼ ਸਿੰਘ ਉਹਨਾਂ ਨੇ ਕਿਹਾ ਕਿ ਉਹ ਆਪਣੀ ਮੂਡ ਦਿਖਾਉਣ ਦੇ ਲਈ ਜਿਹੜਾ ਉਹ ਜਵਾਬੀ ਕਾਰਵਾਈ ਕਰਦੇ ਨੇ। ਦੂਸਰੀ ਗੱਲ ਮੈਂ ਇਹ ਵੀ ਕਹਿੰਦਾ ਕਿ ਅਸੀਂ ਵਾਰ-ਵਾਰ ਪ੍ਰਚਾਰ ਕਰਦੇ ਹਾਂ ਕਿ ਨਕਸਲਿਜ਼ਮ ਕੋਈ ਕ੍ਰਾਂਤੀ ਨਹੀਂ ਆ, ਨਕਸਲਿਜ਼ਮ ਜਿਹੜਾ ਵਾ ਉਹ ਤਾਂ ਲੁੱਟ ਦਾ ਕੇਂਦਰ ਬਣ ਗਿਆ ਵਾ, ਉਹ ਤਾਂ ਲੋਕਾਂ ਦੇ ਕੋਲੋਂ ਵਸੂਲੀਆਂ ਕਰਨ ਦਾ ਕੇਂਦਰ ਬਣ ਗਿਆ ਵਾ। ਉਹ ਜਿਹੜੇ ਲੋਕ ਉੱਥੋਂ ਲੱਕੜ ਲੈ ਕੇ ਆਉਂਦੇ ਆ ਉਹਨਾਂ ਤੋਂ ਵਸੂਲੀਆਂ ਕਰਦੇ ਨੇ, ਜਿਹੜੇ ਪਾਨ ਦਾ ਪੱਤਾ ਲੈ ਕੇ ਆਉਂਦੇ ਨੇ ਉਹਦੇ ਕੋਲੋਂ ਵਸੂਲੀਆਂ ਕਰਦੇ ਨੇ, ਜਿਹੜਾ ਬੀੜੀ ਦਾ ਪੱਤਾ ਲੈ ਕੇ ਆਉਂਦੇ ਨੇ ਉਹਦੇ ਕੋਲੋਂ ਵਸੂਲੀਆਂ ਕਰਦੇ ਨੇ, ਜਿਹੜੇ ਕੋਇਲਾ ਕੱਢਦੇ ਨੇ ਉਹਨਾਂ ਤੋਂ ਵਸੂਲੀਆਂ ਕਰਦੇ। ਅਸੀਂ ਸਾਰੀਆਂ ਗੱਲਾਂ ਰੋਜ਼ ਪ੍ਰਚਾਰ ਕਰਦੇ ਹਾਂ ਤੇ ਇਸ ਤਰ੍ਹਾਂ ਸ਼ੋਅ ਕਰਨ ਦਾ ਯਤਨ ਕਰਦੇ ਆ ਕਿ ਨਕਸਲਿਜ਼ਮ ਦੀ ਜਿਵੇਂ ਕੋਈ ਆਈਡੀਓਲੋਜੀਕਲ ਬੇਸ ਨਹੀਂ ਹੈ, ਉਹ ਸਿਰਫ ਲੁਟੇਰਿਆਂ ਦਾ ਇੱਕ ਗਰੋਹ ਆ। ਔਰ ਇਸ ਗੱਲ ਨੂੰ ਮਾਈਨਸ ਕਰ ਜਾਂਦੇ ਆ ਕਿ ਉਹ ਕਿਸੇ ਨਾ ਕਿਸੇ ਕਮਿਟਮੈਂਟ ਦੇ ਨਾਲ ਵੀ ਲੜ ਰਹੇ ਨੇ। ਮੈਂ ਇੱਕ ਗੱਲ ਮੰਨਣ ਲਈ ਤਿਆਰ ਹੋ ਸਕਦਾ ਕਿ ਬਹੁਤ ਸਾਰੇ ਲੋਕ ਉਹੀ ਕੁਝ ਕਰ ਰਹੇ ਨੇ ਜੋ ਸਰਕਾਰੀ ਤੰਤਰ ਪ੍ਰਚਾਰ ਕਰਦਾ, ਪਰ ਮੈਂ ਇਸ ਗੱਲ ਨੂੰ ਵੀ ਜ਼ਰੂਰ ਮੰਨਾਂਗਾ ਕਿ ਬਹੁਤ ਸਾਰੇ ਲੋਕ ਚਾਹੇ ਉਹ ਆਈਡੀਓਲੋਜੀਕਲੀ ਕਿੰਨੇ ਵੀ ਗਲਤ ਕਿਉਂ ਨਾ ਹੋਣ, ਬਹੁਤ ਆਨੈਸਟੀ ਨਾਲ ਔਰ ਬਹੁਤ ਕਮਿਟਮੈਂਟ ਦੇ ਨਾਲ ਇਸ ਗੱਲ ਦੇ ਵਿੱਚ ਲੱਗੇ ਹੋਏ ਨੇ ਕਿ ਅਸੀਂ ਇਨਕਲਾਬ ਕਰਨਾ ਇਸ ਭਾਰਤ ਦੀ ਧਰਤੀ ਦੇ ਉੱਤੇ, ਔਰ ਇਨਕਲਾਬ ਕਰਕੇ ਅਸੀਂ
ਜਿਹੜੇ ਲੋਕ ਲੁੱਟ ਦਾ ਸ਼ਿਕਾਰ ਨੇ ਉਹਨਾਂ ਨੂੰ ਮੁਕਤੀ ਦਿਵਾਉਣੀ ਹੈ। ਔਰ ਸਵਾਲ ਇਹ ਹੈ ਕਿ ਤੁਸੀਂ ਜੇ ਮੁਕਤੀ ਵਾਲਿਆਂ ਨੂੰ ਲੁਟੇਰੇ ਕਹੋਗੇ ਤਾਂ ਉਹ ਵੀ ਰਿਐਕਟ ਕਰਨਗੇ, ਜੇ ਤੁਸੀਂ ਉਹਨਾਂ ਨੂੰ ਇਹ ਕਹੋਗੇ ਕਿ ਉਹਨਾਂ ਦੀ ਹੋਂਦ ਖਤਮ ਹੋ ਰਹੀ ਹੈ ਤਾਂ ਉਹ ਹੋਂਦ ਦਿਖਾਉਣ ਦੇ ਲਈ ਵੀ ਰਿਐਕਟ ਕਰਨਗੇ। ਸਵਾਲ ਇਹ ਹੈ ਕਿ ਜਿਹੜੀਆਂ ਸਰਕਾਰਾਂ ਇੱਦਾਂ ਦੀਆਂ ਕਾਰਵਾਈਆਂ ਕਰਦੀਆਂ ਮਰੋੜ ਅਮਨ ਕਾਨੂੰਨ ਦੇ ਆਧਾਰ ਦੇ ਉੱਤੇ, ਕੀ ਉਹਨਾਂ ਨੂੰ ਇਸ ਗੱਲ ਦਾ ਇੰਨੇ ਸਾਲਾਂ ਦੇ ਵਿੱਚ ਕੋਈ ਪਤਾ ਨਹੀਂ ਲੱਗਿਆ ਕਿ ਇਹ ਸਮੱਸਿਆ ਕਿੱਥੋਂ ਪੈਦਾ ਹੋਈ। ਅੱਜ ਅਸੀਂ 2017 ਦੇ ਵਿੱਚ 67 ਦੇ ਵਿੱਚ ਪਹਿਲੀ ਵਾਰ ਨਕਸਲਿਜ਼ਮ ਦੀ ਕਾਰਵਾਈ ਨਕਸਲਬਾੜੀ ਪਿੰਡ ਦੇ ਵਿੱਚ ਹੋਈ ਸੀ ਪੱਛਮੀ ਬੰਗਾਲ ਦੇ ਵਿੱਚ। ਇੱਕ ਸਮੱਸਿਆ ਤੁਸੀਂ 50 ਸਾਲਾਂ ਤੋਂ ਭੁਗਤ ਰਹੇ ਹੋ ਔਰ ਤੁਹਾਨੂੰ 50 ਸਾਲਾਂ ਦੇ ਵਿੱਚ ਪਤਾ ਨਹੀਂ ਲੱਗਿਆ ਉਹ ਸਮੱਸਿਆ ਕੀ ਹੈ। ਇਹਨੂੰ ਅਸੀਂ ਦੂਜੇ ਲੋਟ ਵੀ ਕਹਿ ਸਕਦੇ ਹਾਂ ਕਿ ਇੱਕ ਲੋਕ 50 ਸਾਲਾਂ ਬਾਅਦ ਹਾਲੇ ਤੱਕ ਇਹ ਨਹੀਂ ਸਮਝ ਸਕੇ ਕਿ ਕ੍ਰਾਂਤੀ ਕਰਨ ਦਾ ਅਸਲੀ ਰਸਤਾ ਕੀ ਹੋ ਸਕਦਾ। ਕੀ ਕ੍ਰਾਂਤੀ ਸਿਰਫ ਹਥਿਆਰਾਂ ਨਾਲ ਆ ਸਕਦੀ ਹੈ ਕਿ ਜਾਂ ਜਨਤਾ ਦੇ ਸਹਿਯੋਗ ਨਾਲ ਆਉਂਦੀ ਹੈ। ਕੀ ਕ੍ਰਾਂਤੀ ਸਿਰਫ ਵੋਟਾਂ ਨਾਲ ਆ ਸਕਦੀ, ਜਿਹਦਾ ਉਹ ਬਹੁਤ ਸਖਤ ਵਿਰੋਧ ਕਰਦੇ ਨੇ। ਬਹੁਤ ਵਾਰੀ ਬਹਿਸ ਕੀਤੀ ਜਾਂਦੀ ਹੈ ਕਿ ਜੇ ਕ੍ਰਾਂਤੀ ਵੋਟਾਂ ਨਾਲ ਆ ਸਕਦੀ ਹੈ ਤਾਂ ਖੂਨੀ ਕ੍ਰਾਂਤੀ ਦੀ ਕੀ ਜ਼ਰੂਰਤ ਹੈ। ਦੂਜੇ ਪਾਸੇ ਬਹਿਸ ਕੀਤੀ ਜਾਂਦੀ ਹੈ ਕਿ ਜੇ ਤੰਤਰ ਦੀ ਅੰਨੇ ਜ਼ੁਲਮ ਦੇ ਖਿਲਾਫ ਅੱਗੋਂ ਹਥਿਆਰ ਨਹੀਂ ਉਠਾਏ ਜਾਂਦੇ ਤੇ ਉਹਨੂੰ ਠੱਲਿਆ ਕਿਵੇਂ ਜਾ ਸਕਦਾ। ਪਰ ਸਵਾਲ ਇਹ ਹੈ ਕਿ ਚਾਹੇ ਤੁਸੀਂ ਜ਼ੁਲਮ ਨੂੰ ਹਥਿਆਰਾਂ ਨਾਲ ਠੱਲਣ ਦਾ ਯਤਨ ਕਰੋ, ਆਖਰਕਾਰ ਕ੍ਰਾਂਤੀ ਤੇ ਉਦੋਂ ਆਊਗੀ ਜਦੋਂ ਜਨਤਾ ਤਿਆਰ ਹੈ। ਉਹ ਜਨਤਾ ਕਿਵੇਂ ਤਿਆਰ ਹੋਵੇ ਇਹ ਗੱਲ ਨਾ ਨਕਸਲਾਈਟ ਸਮਝ ਸਕੇ ਨਹੀਂ ਔਰ ਨਾ ਉਹਨਾਂ ਨੂੰ ਖਤਮ ਕਰਨ ਵਾਲਾ ਤੰਤਰ ਸਮਝ ਸਕਿਆ ਕਿ ਉਹਨਾਂ ਸਮੱਸਿਆਵਾਂ ਨੂੰ ਹੀ ਖਤਮ ਕਰ ਦਿੱਤਾ ਜਾਵੇ ਜਿਨ੍ਹਾਂ ਸਮੱਸਿਆਵਾਂ ਦੇ ਵਿੱਚੋਂ ਉਹਨਾਂ ਦੀ ਕ੍ਰਾਂਤੀ ਦੀ ਇੱਕ ਭਾਵਨਾ ਪੈਦਾ ਹੁੰਦੀ ਹੈ। ਜੇ ਪੂੰਜੀਵਾਦ ਨੂੰ, ਇਸ ਜਗੀਰਦਾਰੀ ਢਾਂਚੇ ਨੂੰ ਕ੍ਰਾਂਤੀ ਪਸੰਦ ਨਹੀਂ ਆ ਤਾਂ ਇਸ ਢਾਂਚੇ ਨੂੰ ਇਹ ਤਾਂ ਸੋਚਣਾ ਹੀ ਪਵੇਗਾ ਕਿ ਇਸ ਕ੍ਰਾਂਤੀ ਨੂੰ ਡੀਲ ਕਰਨ ਦੇ ਲਈ ਸਾਡੇ ਕੋਲ ਕੀ ਸਾਧਨ ਨੇ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦੋਂ 2008 ਦੇ ਵਿੱਚ ਆਕੂਪਾਈ ਦਾ ਵਾਲ ਸਟਰੀਟ ਅੰਦੋਲਨ ਚੱਲਿਆ ਸੀ ਅਮਰੀਕਾ ਦੇ ਵਿੱਚ, ਤਾਂ ਉਦੋਂ ਕਾਰਲ ਮਾਰਕਸ ਦੀਆਂ ਕਿਤਾਬਾਂ ਦੀ ਵਿਕਰੀ ਬਹੁਤ ਜ਼ਿਆਦਾ ਵੱਧ ਗਈ ਸੀ ਕਿਉਂਕਿ ਉਹ ਲੋਕ ਵੀ ਸਮਝਣਾ ਚਾਹੁੰਦੇ ਸਨ ਕਿ ਸਮੱਸਿਆ ਨੂੰ ਕਿਵੇਂ ਡੀਲ ਕਰਨਾ। ਖਾਸ ਕਰਕੇ ਕਾਰਲ ਮਾਰਕਸ ਦੀ ਪੁਸਤਕ ਸਰਮਾਇਆ ਦਾ ਜਿਹੜਾ ਤੀਜਾ ਹਿੱਸਾ ਵਾ ਜਿਹੜਾ ਉਹਨਾਂ ਦੀ ਡੈਥ ਤੋਂ ਬਾਅਦ ਪ੍ਰਕਾਸ਼ਿਤ ਹੁੰਦਾ ਉਹਨੂੰ ਯੂਨੀਵਰਸਿਟੀਆਂ ਦੇ ਸਿਲੇਬਸ ਦੇ ਵਿੱਚ ਪੜ੍ਹਾਏ ਜਾਣ ਦੀ ਵਿਵਸਥਾ ਕੀਤੀ ਜਾ ਚੁੱਕੀ ਅਮਰੀਕਾ ਦੇ ਵਿੱਚ, ਸਿਰਫ ਇਹ ਸਮਝਣ ਦੇ ਲਈ ਕਿ ਮਾਰਕਸਵਾਦ ਦੇ ਅਸੂਲਾਂ ਮੁਤਾਬਕ ਹੋਣ ਵਾਲੇ ਇਨਕਲਾਬ ਨੂੰ ਕਿਵੇਂ ਰੋਕਿਆ ਜਾਣਾ ਚਾਹੀਦਾ। ਔਰ ਮੈਂ ਨਹੀਂ ਕਹਿੰਦਾ ਕਿ ਉਹਨਾਂ ਨੂੰ ਹੱਕ ਨਹੀਂ ਹੈ, ਜੇ ਇਨਕਲਾਬ ਕਰਨ ਵਾਲਿਆਂ ਨੂੰ ਹੱਕ ਹੈ ਕਿ ਉਹ ਮਾਰਕਸ ਨੂੰ ਸਮਝ ਕੇ ਇਨਕਲਾਬ ਦੀ ਗੱਲ ਕਰਨ, ਉਹਦੇ ਵਿਰੋਧੀਆਂ ਨੂੰ ਵੀ ਹੱਕ ਹੈ ਕਿ ਉਹ ਇਨਕਲਾਬ ਮਾਰਕਸ ਨੂੰ ਸਮਝ ਕੇ ਇਨਕਲਾਬ ਨੂੰ ਰੋਕਣ ਦੇ ਸਾਧਨ ਚੁਣਨ। ਪਰ ਸਾਡਾ ਤੰਤਰ ਤਾਂ ਸਿਰਫ ਨਵੀਆਂ ਬੰਦੂਕਾਂ ਦੀ ਗੱਲ ਕਰੇਗਾ, ਨਵੀਆਂ ਸਿਕਿਉਰਿਟੀ ਦੇ ਸਾਧਨਾਂ ਦੀ ਗੱਲ ਕਰੇਗਾ, ਨਵੀਆਂ ਜੈਕਟਾਂ ਦੀ ਗੱਲ ਕਰੇਗਾ, ਨਵੇਂ ਹੈਲਮਟ ਦੀ ਗੱਲ ਕਰੇਗਾ, ਪੁਲਿਸ ਵਾਲੇ ਸੀਆਰਪੀ ਅੱਗੇ ਲੱਗੇ ਕਿ ਰਾਜ ਪੁਲਿਸ ਅੱਗੇ ਲੱਗੇ ਇਹਦੀ ਚਰਚਾ ਕਰੇਗਾ, ਪਰ ਸਮੱਸਿਆ ਨੂੰ ਹੱਲ ਬਿਲਕੁਲ ਨਹੀਂ ਕਰੇਗਾ ਜਿਹਦੇ ਕਰਕੇ ਉਹ ਸਮੱਸਿਆ ਪੈਦਾ ਹੁੰਦੀ। ਮੈਂ ਕਹਿੰਦਾ ਜਦ ਤੱਕ ਕਿ ਸੋਸ਼ੋ ਇਕਨੋਮਿਕ ਸਮੱਸਿਆ ਤੁਸੀਂ ਹੱਲ ਨਹੀਂ ਕਰਦੇ, ਤੁਸੀਂ ਨਕਸਲਿਜ਼ਮ ਦੀ ਈਵਨ ਕਿਤੇ ਵੀ ਦੁਨੀਆ ਦੇ ਵਿੱਚ ਜਿੱਥੇ ਵੀ ਕਿਤੇ ਇਦਾਂ ਦੀ ਸਮੱਸਿਆ ਨੂੰ ਹੱਲ ਨਹੀਂ ਕਰ ਸਕੋਗੇ। ਇਹ ਦੁਨੀਆ ਭਰ ਦਾ ਹੋਇਆ ਤਜਰਬਾ, ਪਤਾ ਨਹੀਂ ਭਾਰਤ ਦੇ ਹੁਕਮਰਾਨਾਂ ਨੂੰ ਸਮਝ ਨਹੀਂ ਆਉਂਦਾ ਕਿ ਜਾਂ ਉਹ ਕਦੇ ਕਿਸੇ ਸ਼ਕਲ ਦੇ ਵਿੱਚ ਜਿਹੜੀ ਜਵਾਨਾਂ ਦੀ ਕੁਰਬਾਨੀ ਹੈ ਉਹਨੂੰ ਇੱਕ ਸੇਫਟੀ ਵਾਲਵ ਦੇ ਤੌਰ ਦੇ ਉੱਤੇ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਵੀ ਲੱਗਦਾ ਵਾ ਕਿ ਜੇ ਸੱਚਮੁੱਚ ਇੱਦਾਂ ਦੇ ਲੋਕਾਂ ਨੂੰ 100% ਰੱਦ ਕਰ ਦਿੱਤਾ ਜਾਵੇਗਾ ਸੋਸ਼ੋ ਇਕਨੋਮਿਕ ਹਾਲਾਤ ਨੂੰ ਚੇਂਜ ਕਰਕੇ ਤਾਂ ਫਿਰ ਕਿਸੇ ਹੋਰ ਰੂਪ ਦੇ ਵਿੱਚ ਕ੍ਰਾਂਤੀ ਆ ਜਾਏਗੀ। ਚੰਗਾ ਇਹੀ ਹੈ ਕਿ ਬੰਦੇ ਮਾਰਨ ਵਾਲੇ ਲੋਕ ਲੱਗੇ ਰਹਿਣ ਪਰ ਅਸਲ ਕ੍ਰਾਂਤੀ ਪੈਦਾ ਨਾ ਹੋਵੇ। ਚਾਹੇ ਇਸ ਲੰਬੀ ਸਟ੍ਰੈਟਜੀ ਦੇ ਮੁਤਾਬਕ ਇਹਨੂੰ ਅਮਨ ਕਾਨੂੰਨ ਦੀ ਸਮੱਸਿਆ ਬਣਾ ਕੇ ਵੇਖ ਰਹੇ ਹੋ। ਜੀ ਅਜੀਤ ਜੀ, ਤੁਹਾਡੇ ਤੇ ਜਾਣ ਤੋਂ ਪਹਿਲਾਂ ਮੈਂ ਇੱਕ ਚੀਜ਼ ਹੋਰ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੂੰਗਾ। ਜਿਸ ਤਰ੍ਹਾਂ ਮੈਂ ਸ਼ਕਰੀਰ ਜੀ ਨੂੰ ਕੁਐਸਚਨ ਪੁੱਛਿਆ ਸੀ ਕਿ ਉਹ ਵੈਪਨ, ਉਹ ਹਥਿਆਰ ਉਹਨਾਂ ਕੋਲ ਕਿੱਥੋਂ ਆਏ, ਉਹ ਉਸਦੇ ਨਾਲ ਹੀ ਇੱਕ ਹੋਰ ਜਿਹੜੀ ਜਾਣਕਾਰੀ ਦਰਸ਼ਕਾਂ ਨੂੰ ਦੇਣੀ ਚਾਹੂੰਗਾ ਕਿ CRPF 2 ਮਹੀਨੇ ਤੋਂ ਕੋਈ ਵੀ ਉਹਨਾਂ ਦੇ ਕੋਲ ਰੈਗੂਲਰ ਜਿਹੜਾ ਡਾਇਰੈਕਟਰ ਜਨਰਲ ਨਹੀਂ ਮਿਲਿਆ ਔਰ ਇਹ ਵੀ ਇੱਕ ਸਰਕਾਰ ਦੀ ਤੁਸੀਂ ਕਹਿ ਲਓ ਕਿ ਨਾਕਾਮਯਾਬੀ ਰਹੀ ਕਿਉਂਕਿ ਇੱਕ ਹੈਡਲੈਸ ਫੋਰਸ ਨੂੰ ਜਦੋਂ ਤੁਸੀਂ ਰਨ ਕਰਦੇ ਹੋ ਤਾਂ ਇਹ ਚੀਜ਼ ਤੁਹਾਡੇ ਹਮਲਾਵਰਾਂ ਨੂੰ ਪਤਾ ਹੁੰਦੀ ਹੈ ਔਰ ਇਸੇ ਕਰਕੇ ਸ਼ਾਇਦ ਇਦਾਂ ਦੇ ਇਨਸੀਡੈਂਟ ਨੂੰ ਜਿਹੜੇ ਉਹ ਅੰਜਾਮ ਦਿੰਦੇ ਨੇ। ਪਰ ਇਹਨੇ ਛੋਟੇ ਛੋਟੇ ਇਨਸੀਡੈਂਟ ਜਦੋਂ ਹੁੰਦੇ ਨੇ ਤਾਂ ਕੀ ਅਸੀਂ ਵੱਡੇ ਇਨਸੀਡੈਂਟ ਜਦੋਂ ਵਾਪਰਨਗੇ ਤਾਂ ਉਦੋਂ ਅਸੀਂ ਇਸ ਨੂੰ ਕਿਸ ਤਰ੍ਹਾਂ ਨੇਪਰੇ ਚਾੜਾਂਗੇ। ਇੱਕ ਸਾਡੇ ਕੋਲ ਕੈਪਟਨ ਜਾਂ ਇੱਕ ਸਾਡੇ ਕੋਲ ਉਸ ਸ਼ਿਪ ਦਾ ਕੈਪਟਨ ਹੀ ਅਵੇਲੇਬਲ ਨਹੀਂ ਹੈ ਰੈਗੂਲਰ 2 ਮਹੀਨੇ ਤੋਂ ਜਿਹਨੂੰ ਅਸੀਂ ਰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਰਕਾਰਾਂ
ਤੁਹਾਨੂੰ ਨਹੀਂ ਲੱਗਦਾ ਅਜੀਤ ਜੀ ਕਿ ਇਸ ਦੇ ਵਿੱਚ ਨਾਕਾਮਯਾਬ ਰਹਿਣਗੀਆਂ? ਅਗਰ ਅਸੀਂ ਛੋਟੇ ਹਮਲਿਆਂ ਦੇ ਵਿੱਚ ਹੀ ਇਦਾਂ ਦੀ ਸਾਡੀ ਹਾਲਾਤ ਬਣ ਜਾਂਦੇ ਨੇ ਤਾਂ ਕੀ ਅਸੀਂ ਵੱਡੇ ਹਮਲਿਆਂ ਦੇ ਵਿੱਚ ਕਿਸ ਤਰ੍ਹਾਂ ਦੀ ਆਸ ਕਰ ਸਕਦੇ ਹਾਂ? ਔਰ ਦੂਸਰੀ ਗੱਲ ਇਹ ਹੈ ਕਿ 2 ਮਹੀਨੇ ਤੋਂ ਕੋਈ ਵੀ ਰੈਗੂਲਰ ਜਿਹੜਾ ਡੀਜੀ ਡਾਇਰੈਕਟਰ ਜਨਰਲ ਹੈਗਾ CRPF ਦਾ ਉਹ ਅਪਾਇੰਟ ਨਹੀਂ ਕੀਤਾ ਗਿਆ। ਸੋ ਇਸ ਪੂਰੇ ਮਸਲੇ ਨੂੰ ਅਜੀਤ ਜੀ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਹੈਡਲੈਸ ਆਰਮੀ ਨੂੰ ਕਿਵੇਂ ਤੁਸੀਂ ਸੋਚ ਸਕਦੇ ਹੋ ਕਿ ਉਹ ਮਾਇਓਇਸਟ ਦਾ ਜਾਂ ਕਿਸੇ ਹੋਰ ਹਮਲਾਵਰਾਂ ਦਾ ਮੁਕਾਬਲਾ ਵੀ ਕਰ ਸਕਦੀ ਹੈ? ਸੀਪੀ ਸਿੰਘ ਜੀ, ਕੱਲਾ ਹੈਡਲੈਸ ਹੋਣ ਦੀ ਗੱਲ ਹੀ ਨਹੀਂ ਹੈਗੀ। ਕੱਲਾ ਜੇ ਕੋਈ 2 ਮਹੀਨੇ ਮੇਰੇ ਖਿਆਲ ਡਾਇਰੈਕਟਰ ਜਨਰਲ ਨਾ ਵੀ ਅਪਾਇੰਟਮੈਂਟ ਹੋਵੇ, ਹਾਲਾਂਕਿ ਹੋਣਾ ਚਾਹੀਦਾ ਹੈ, ਉਹ ਚੀਜ਼ ਇੰਨੀ ਜਿਹੜੀ ਹੈਗੀ CRPF ਨੂੰ ਕਮਜ਼ੋਰ ਨਹੀਂ ਕਰਦੀ ਹੈਗੀ। ਜਿੰਨਾ ਪੂਰਾ ਸਿਸਟਮ ਜਿਹੜਾ ਇਵੋਲਵ ਕਰਨਾ ਹੈ, ਉਹਨਾਂ ਦੀ ਸਮਰੱਥਾ ਨੂੰ ਬਣਾਉਣਾ ਉਹ ਤੋਂ ਨੈਗਲੀਜੈਂਸੀ ਕਰਨੀ, ਉਹਦੇ ਵੱਲ ਧਿਆਨ ਨਹੀਂ ਦੇਣਾ। ਤੁਸੀਂ ਵੱਡੇ ਹਮਲੇ ਦੀ ਗੱਲ ਕਰਦੇ ਹੋ, 25 ਜਵਾਨਾਂ ਦਾ ਜਾਂ 26 ਜਵਾਨਾਂ ਦਾ ਮਰ ਜਾਣਾ, ਇਹ ਵੱਡਾ ਹੀ ਨੁਕਸਾਨ ਹੈ। ਇਹਨੂੰ ਛੋਟਾ ਕਰਕੇ ਕਿਸੇ ਤਰੀਕੇ ਨਾਲ ਦੇਖਿਆ ਨਹੀਂ ਜਾ ਸਕਦਾ। ਦੇਖਣ ਵਾਲੀ ਗੱਲ ਤਾਂ ਇਹ ਕਿ ਕਿਆ ਹੁਣ ਸ਼ਰਧਾਂਜਲੀਆਂ ਦੇਣ ਤੋਂ ਬਿਨਾਂ ਜਾਂ ਸਾਰਾ ਮੁਲਕ ਇਹਨਾਂ ਜਵਾਨਾਂ ਦੇ ਨਾਲ ਖੜਾ ਹੈ, ਇਹੋ ਜਿਹੇ ਬਿਆਨ ਦੇਣ ਤੋਂ ਬਿਨਾਂ ਕੋਈ ਸਿਸਟਮ ਦੇ ਵਿੱਚ ਚੇਂਜ ਆਏਗੀ? ਜਿਹਦੇ ਬਾਰੇ ਮੇਰਾ ਜਿਹੜਾ ਵਿਚਾਰ ਹੈ ਉਹ ਨਾ ਪੱਖੀ ਆ। ਬਿਆਨ ਦਿੱਤੇ ਜਾਣਗੇ, ਇਹਨਾਂ ਨੂੰ ਕੁਝ ਪੈਸਾ ਇਹਨਾਂ ਦੇ ਪਰਿਵਾਰਾਂ ਨੂੰ ਦੇ ਦਿੱਤਾ ਜਾਏਗਾ, ਪਰ ਸਿਸਟਮ ਨੂੰ ਸੁਧਾਰਨ ਵਾਸਤੇ ਕੁਝ ਨਹੀਂ ਹੋਣਾ ਹੈਗਾ। ਸੋ ਕੱਲਾ ਇੱਕੋ ਗੱਲ ਨਹੀਂ ਕਿ ਉਹਦਾ ਡਾਇਰੈਕਟਰ ਜਨਰਲ ਨਿਯੁਕਤ ਨਹੀਂ ਕੀਤਾ, ਪੂਰੇ ਸਿਸਟਮ ਨੂੰ ਸਟਰੋਂਗ ਕਰਨ ਵਾਸਤੇ ਰੈਗੂਲਰ ਜਿਹੜਾ ਕੰਟੀਨਿਊਸ ਐਫਰਟਸ ਹੋਣੀਆਂ ਚਾਹੀਦੀਆਂ ਸਿਚੁਏਸ਼ਨ ਨੂੰ ਸਮਝਣ ਦੀ, ਉੱਥੇ ਨਹੀਂ ਕੀਤਾ ਜਾ ਰਿਹਾ ਹੈਗਾ ਕੁਝ ਵੀ। ਵੈਸਟਡ ਇੰਟਰਸਟ ਕ੍ਰੀਏਟ ਹੋ ਗਏ ਨੇ ਪੋਲੀਟੀਸ਼ੀਅਨਾਂ ਦੇ ਵੀ, ਔਰ ਇਹਦੇ ਨਾਲ ਮੈਂ ਇਹ ਵੀ ਕਹਾਂਗਾ ਕਿ ਜਿਹੜੇ ਉੱਥੇ ਮਾਓਵਾਦੀ ਲੀਡਰ ਨੇ ਉਹਨਾਂ ਦਾ ਵੀ ਸ਼ਬਦੀਸ਼ ਜੀ ਨੇ ਬਿਲਕੁਲ ਸਹੀ ਕੀਤਾ ਕਿ ਸ਼ਾਇਦ ਉਹਨਾਂ ਨੂੰ ਵੀ ਅਸਲ ਕ੍ਰਾਂਤੀ ਜਿਹੜੀ ਹੈਗੀ ਉਹਦੇ ਵਿੱਚ ਨਾ ਇੰਟਰਸਟ ਰਿਹਾ ਹੋਵੇ। ਕਿਉਂਕਿ ਜੇ ਅਸਲ ਕ੍ਰਾਂਤੀ ਹੋ ਜਾਏਗੀ, ਲੋਕ ਜਾਗਰੂਕ ਹੋਣਗੇ, ਲੋਕਾਂ ਦੇ ਹੱਥਾਂ 'ਚ ਸੱਤਾ ਹੋਏਗੀ, ਤਾਂ ਸ਼ਾਇਦ ਉਹ ਵੀ ਆਪਣੇ ਆਪ ਨੂੰ ਲੀਡਰ ਬਣਾ ਕੇ ਰੱਖਣ ਦੇ ਵਿੱਚ ਕਾਮਯਾਬ ਨਹੀਂ ਹੋਣਗੇ। ਸ਼ਾਇਦ ਉਹਨਾਂ ਦੇ ਹੱਥੋਂ ਜਿਹੜਾ ਉਹ ਅੱਜ ਕੱਲ੍ਹ ਕਿੰਨੇ ਸਟੇਟਾਂ ਦੇ ਵਿੱਚ ਤਕਰੀਬਨ ਅੱਜ ਵੀ 60 ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਇਹ ਸਾਰਾ ਪ੍ਰਭਾਵ ਹੈ, ਤੇ ਉੱਥੇ ਦੇ ਉਹ ਜਿਵੇਂ ਬਿਨਾਂ ਚੁਣੇ ਬਿਨਾਂ ਬੇਤਾਜ ਜਿਹੜੇ ਉਹ ਲੀਡਰ ਨੇ ਉਹਨਾਂ ਦੇ ਮਾਓਵਾਦੀਆਂ ਦੇ, ਉਹ ਵੀ ਉੱਥੇ ਬੇਤਾਜ ਬਾਦਸ਼ਾਹ ਵਾਂਗੂ ਜੀਂਦੇ ਨੇ। ਤੇ ਉਸ ਹਾਲਾਤ ਦੇ ਵਿੱਚ ਉਹਨਾਂ ਨੂੰ ਵੀ ਮੇਰਾ ਖਿਆਲ ਹੈ ਇਸ ਚੀਜ਼ ਨੂੰ ਕੰਟੀਨਿਊ ਰੱਖਣ ਦੇ ਵਿੱਚ ਜ਼ਿਆਦਾ ਉਹਨਾਂ ਦਾ ਇੰਟਰਸਟ ਹੈ, ਬਜਾਏ ਇਸ ਦੇ ਕਿ ਲੋਕ ਜਾਗਰੂਕ ਹੋ ਕੇ ਕਿਸੇ ਸੰਸਥਾ ਦੇ ਰੂਪ ਦੇ ਵਿੱਚ ਸਰਕਾਰ ਤੋਂ ਆਪਣੇ ਹੱਕ ਲੈ ਲੈਣ। ਸੋ ਦੋਵੇਂ ਪਾਸੇ ਜਿਹੜੇ ਹੈਗੇ ਉਹ ਉਹਨਾਂ ਦੇ ਆਪਣੇ ਇਹੋ ਜਿਹੇ ਇੰਟਰਸਟ ਕ੍ਰੀਏਟ ਹੋ ਗਏ ਨੇ ਜਿਹੜੇ ਨਹੀਂ ਚਾਹੁੰਦੇ ਹੈਗੇ ਕਿ ਹਾਲਤ ਦੇ ਵਿੱਚ ਕੋਈ ਚੇਂਜ ਹੋਵੇ। ਸੋ ਇਸ ਹਾਲਤ ਦੇ ਵਿੱਚ ਅਸਲ ਲੋਕ ਪਿਸ ਰਹੇ ਨੇ, ਆਦਿਵਾਸੀ ਲੋਕ, ਉੱਥੇ ਦੇ ਰਹਿਣ ਵਾਲੇ ਲੋਕ, ਗਰੀਬ ਲੋਕ, ਜਿਹੜੇ ਦੋਵੇਂ ਪਾਸਿਆਂ ਤੋਂ ਜਿਹੜੀ ਕਮਾਂਡ ਹੈ ਉਹਦੇ ਅਨੁਸਾਰ ਚੱਲਣ ਵਾਸਤੇ ਮਜਬੂਰ ਹੋ ਜਾਂਦੇ ਨੇ, ਉਹ ਲੋਕ ਅਸਲ ਪਿਸ ਰਹੇ ਨੇ। ਪਰ ਜੇ ਉਹ ਜਿਹੜੇ ਲੋਕ ਆਪਣੇ ਆਪ ਨੂੰ ਬਾਗੀ ਕੁਹਾ ਰਹੇ ਨੇ, ਜੇ ਨਹੀਂ ਕਰਦੇ ਉਸ ਚੀਜ਼ ਦੇ ਵਿੱਚ ਕੋਈ ਆਪਣੀ ਅਪਰੋਚ ਚੇਂਜ ਨਹੀਂ ਲਿਆਉਂਦੇ, ਤਾਂ ਘੱਟੋ ਘੱਟ ਚੁਣੀ ਹੋਈ ਸਰਕਾਰ ਨੂੰ ਇਹਦੇ ਮਸਲੇ ਹੱਲ ਲੱਭਣ ਵਾਸਤੇ ਮਸਲੇ ਦਾ ਜ਼ਰੂਰ ਜਾਗਰੂਕ ਹੋਣਾ ਚਾਹੀਦਾ ਹੈ ਜੀ। ਸੀਪੀ ਸਿੰਘ ਜੀ, ਮੈਂ ਛੋਟੀ ਜਿਹੀ ਇੱਕ ਗੱਲ ਜੋੜ ਦੇਵਾਂ ਅਜੀਤ ਜੀ ਦੀ ਗੱਲ ਦੇ ਨਾਲ। ਏਦਾਂ ਨਹੀਂ ਆ ਕਿ ਉਹ ਬੇਤਾਜ ਬਾਦਸ਼ਾਹ ਅਚਨਚੇਤ ਬਣੇ ਹੋਏ ਨੇ, ਨਾ ਏਦਾਂ ਹੀ ਆ ਕਿ ਉਹ ਕੋਈ ਕਿਸੇ ਸਿਰਫ ਹਥਿਆਰਾਂ ਦੇ ਵਿਖਾਲੇ ਦੇ ਨਾਲ ਲੀਡਰ ਬਣ ਜਾਂਦੇ ਨੇ। ਮੈਂ ਉਹਨਾਂ ਨਾਲ ਐਗਰੀ ਕਰਾਂ ਡਿਸਐਗਰੀ ਕਰਾਂ, ਇਹ ਇੱਕ ਫੈਕਟ ਆ। ਪਰ ਦੂਸਰਾ ਫੈਕਟ ਬਿਲਕੁਲ ਕਲੀਅਰ ਆ ਕਿ ਜਿਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਉਹਨਾਂ ਦਾ ਪ੍ਰਭਾਵ ਆ, ਜਿਨ੍ਹਾਂ ਥਾਵਾਂ ਦੇ ਉੱਤੇ ਉਹਨਾਂ ਨਾਲ ਮਾਨਤਾ ਰੱਖਣ ਵਾਲੇ ਲੋਕ ਨੇ, ਈਵਨ ਜਿਹੜੇ ਲੋਕ ਹਥਿਆਰ ਚੁੱਕ ਕੇ ਨਹੀਂ ਲੜ ਰਹੇ, ਸਿਰਫ ਉਹਨਾਂ ਨੂੰ ਬੌਧਿਕ ਤੌਰ ਤੇ ਸਪੋਰਟ ਕਰ ਰਹੇ ਨੇ, ਉਹਨਾਂ ਸਾਰਿਆਂ ਦੇ ਨਾਲ ਉਹਨਾਂ ਦਾ ਬਕਾਇਦਾ ਇੱਕ ਤਾਲਮੇਲ ਆ। ਔਰ ਨਾਰਮਲੀ 3 ਸਾਲਾਂ ਦੇ ਬਾਅਦ, ਔਰ ਕਈ ਵਾਰੀ ਕਿਉਂਕਿ ਉਹ ਜਿਸ ਕਿਸਮ ਦੇ ਹਾਲਾਤ ਦੇ ਵਿੱਚ ਲੜ ਰਹੇ ਨੇ, ਜੀ ਰਹੇ ਨੇ, ਉਸ ਦੇ ਵਿੱਚ ਜਿਹੜੀ ਉਹ 3 ਸਾਲਾਂ ਵਾਲੀ ਟਰਮ ਦੀ ਨਿਯਮ ਟੁੱਟ ਜਾਂਦੇ ਨੇ ਕਈ ਵਾਰੀ, ਔਰ ਬਕਾਇਦਾ ਉਹਨਾਂ ਦਾ ਨੈਸ਼ਨਲ ਲੈਵਲ ਦੇ ਸਮਾਗਮ ਹੁੰਦੇ ਨੇ, ਔਰ ਬਕਾਇਦਾ ਉਹਦੇ ਵਿੱਚ ਬਹਿਸ ਹੁੰਦੀ ਹੈ। ਜਿਹੜੀਆਂ ਉਹਨਾਂ ਕੋਲੋਂ ਗਲਤੀਆਂ ਹੋਈਆਂ ਹੁੰਦੀ ਉਹਨਾਂ ਨੂੰ ਵੀ ਉਹ ਨੋਟ ਕਰਦੇ ਨੇ, ਜੋ ਫਰਦਰ ਉਹਨਾਂ ਨੇ ਕਰਨਾ ਹੁੰਦਾ ਉਹ ਵੀ ਕੀਤਾ ਜਾਂਦਾ ਵਾ। ਉਹਨਾਂ ਦੇ ਜਿਹੜੇ ਪਰਚੇ ਛਪਦੇ ਨੇ, ਜ਼ਾਹਰਾ ਤੌਰ ਤੇ ਉੱਤੇ ਛਪਦੇ ਨੇ, ਉਹਨਾਂ ਦੇ ਵਿੱਚ ਇਹ ਕਹਿ ਕੇ ਕਿ ਸਾਨੂੰ ਇਹ ਫਲਾਨੀ ਚੀਜ਼ ਕਿਸੇ ਜਿਹੜੀ ਆ ਵੀ ਉਹ ਡਾਕ ਰਾਹੀਂ ਪਹੁੰਚੀ ਆ, ਇਹ ਕਹਿ ਕੇ ਉਹ ਚੀਜ਼ਾਂ ਉਹਨਾਂ ਦੀਆਂ ਰਿਪੋਰਟਾਂ ਛਪਦੀਆਂ ਵੀ ਨੇ। ਸਾਰਾ ਕੁਝ ਬਕਾਇਦਾ ਕੀਤਾ ਜਾਂਦਾ, ਔਰ ਬਕਾਇਦਾ ਚੋਣ ਵੀ ਉਹਨਾਂ ਦੀ ਕੀਤੀ ਜਾਂਦੀ ਹੈ, ਨੇਤਾਵਾਂ ਦੀ। ਨੇਤਾ ਲਾਏ ਵੀ ਜਾਂਦੇ ਨੇ ਜਿਨ੍ਹਾਂ ਦੇ ਉੱਤੇ ਸ਼ੱਕ ਹੋਵੇ, ਈਵਨ
ਉਹਨਾਂ ਨੂੰ ਗੋਲੀ ਮਾਰ ਕੇ ਮਾਰ ਵੀ ਦਿੱਤਾ ਜਾਂਦਾ, ਬਹੁਤ ਕੁਝ ਉੱਥੇ ਕੁਝ ਵਾਪਰਦਾ। ਐਦਾਂ ਨਹੀਂ ਹੈ ਕਿ ਉਹ ਅਚਾਨਕ ਤੇ ਬੇਤਾਜ ਬਾਦਸ਼ਾਹ ਬਣ ਜਾਂਦੇ ਨੇ। ਇਹਨਾਂ ਚੀਜ਼ਾਂ ਨੂੰ ਹੈਰਾਨੀ ਦੀ ਗੱਲ ਇਹ ਆ ਕਿ ਉਹ ਤਾਂ ਆਪਣੇ ਗੁਪਤ ਅਜਲਾਸ ਬਕਾਇਦਾ ਬੁਲਾ ਲੈਂਦੇ ਨੇ, ਔਰ ਉਹ ਪੂਰੀ ਤਰ੍ਹਾਂ ਗੁਪਤ ਰੱਖ ਕੇ ਬੁਲਾ ਲੈਂਦੇ ਨੇ। ਸਰਕਾਰਾਂ ਨੂੰ ਉਹਨਾਂ ਗੁਪਤ ਅਜਲਾਸਾਂ ਦਾ ਕਿੱਥੋਂ ਪਤਾ ਲੱਗਣਾ? ਸਰਕਾਰਾਂ ਨੂੰ ਤਾਂ ਜਿਸ ਖੇਤਰ ਦੇ ਵਿੱਚ ਉਹ CRP ਨੂੰ ਤਾਇਨਾਤ ਕਰ ਰਹੇ ਨੇ, ਜਿਸ ਖੇਤਰ ਦੇ ਵਿੱਚ ਉਹ ਸੜਕ ਦੀ ਕੰਸਟਰਕਸ਼ਨ ਦੇ ਵਿੱਚ ਲੱਗੇ ਹੋਏ ਨੇ, ਉਸ ਖੇਤਰ ਦੇ ਵਿੱਚ ਉਹ ਲੋਕ ਕਿਵੇਂ ਸਰਗਰਮ ਨੇ, ਘੱਟੋ ਘੱਟ ਉਹਦੀ ਵੀ ਸਰਕਾਰ ਕਦੇ ਰਿਪੋਰਟ ਲੈਣ ਦਾ ਯਤਨ ਨਹੀਂ ਕਰਦੀ। ਇਸੇ ਕਰਕੇ ਮੈਂ ਇਹ ਕਹਿਣਾ ਕਿ ਸਰਕਾਰ ਮਰਨ ਵਾਲਿਆਂ ਦੇ ਨਾਲ ਹਮਦਰਦੀ ਦੇ ਨਾਂ ਦੇ ਉੱਤੇ ਦੇਸ਼ ਨੂੰ ਆਪਣੇ ਪੱਖ ਦੇ ਵਿੱਚ ਤਾਂ ਕਰਨ ਦਾ ਯਤਨ ਕਰਦੀ ਹੈ, ਪਰ ਜਿਹੜੇ ਲੋਕ ਉਹਨਾਂ ਨੂੰ ਮਾਰ ਰਹੇ ਨੇ ਉਹਨਾਂ ਦੇ ਮਨਾਂ ਅੰਦਰ ਕੀ ਹੈ, ਉਹਨੂੰ ਜੇ ਕੋਈ ਜਾਣਨ ਦਾ ਯਤਨ ਕਰੇ ਤੇ ਉਹਦੇ ਤੇ ਕੇਸ ਹੋ ਜਾਂਦੇ ਨੇ। ਦਿੱਲੀ ਦੇ ਪ੍ਰੋਫੈਸਰ ਸਾਈਂ ਬਾਬਾ, ਨਾਂ ਤੋਂ ਹੀ ਬਾਬਾ ਸ਼ਬਦ, ਅਦਰਵਾਈਜ਼ ਉਹਨਾਂ ਉੱਤੇ ਇਲਜ਼ਾਮ ਇਹ ਹੈ ਕਿ ਉਹ ਮਾਓਇਸਟ ਨੇ, ਔਰ ਦਿੱਲੀ ਦੇ ਵਿੱਚ ਉਹ ਸ਼ਹਿਰੀ ਚਿਹਰਾ ਸਨ ਮਾਓਵਾਦੀਆਂ ਦਾ। ਉਹਨਾਂ ਨੂੰ ਪਿਛਲੇ ਦਿਨੀ ਕੈਦ ਕਰ ਲਿਆ ਗਿਆ। ਅਰੁੰਧਤੀ ਰਾਏ ਜਿਹੜੀ ਉਹ ਜਾ ਕੇ ਜੰਗਲ ਦੇ ਖੇਤਰ ਦੇ ਵਿੱਚ ਉਹਨਾਂ ਨੂੰ ਮਿਲ ਕੇ ਆਉਂਦੀ ਹੈ, ਉਹਦੇ ਉੱਤੇ ਦੇਸ਼ ਧਰੋਹ ਦਾ ਕੇਸ ਦਰਜ ਹੋ ਜਾਂਦਾ। ਐਸੇ ਤਰ੍ਹਾਂ ਸਾਡੇ ਪੰਜਾਬ ਦੇ ਇੱਕ ਲੇਖਕ ਹੋਏ ਨੇ ਸਤਨਾਮ, ਜਿਨ੍ਹਾਂ ਦੀ ਹੁਣ ਡੈਥ ਹੋ ਗਈ, ਬਲਕਿ ਉਹਨਾਂ ਨੇ ਬਾਅਦ ਦੇ ਵਿੱਚ ਆਤਮ ਹੱਤਿਆ ਕਰ ਲਈ। ਉਹ ਜਾ ਕੇ ਜੰਗਲ ਦੇ ਖੇਤਰ ਦੇ ਵਿੱਚ ਘੁੰਮਦੇ ਨੇ, ਜੰਗਲਨਾਮਾ ਲਿਖ ਕੇ ਲੋਕਾਂ ਨੂੰ ਦੱਸਦੇ ਨੇ ਕਿ ਨਕਸਲੀ ਜਿਹੜੇ ਲੜ ਰਹੇ ਨੇ ਉਹ ਕਿਵੇਂ ਜੀ ਰਹੇ ਨੇ। ਜੇ ਇਹ ਲੋਕ ਜਾ ਕੇ ਉਹਨਾਂ ਨੂੰ ਮਿਲ ਸਕਦੇ ਨੇ, ਜੇ ਇਹ ਲੋਕ ਉਹਨਾਂ ਨੂੰ ਲੱਭ ਸਕਦੇ ਨੇ, ਤਾਂ ਸਾਡਾ ਤੰਤਰ ਜਾਂ ਤਾਂ ਉਹਨਾਂ ਨੂੰ ਲੱਭਣਾ ਨਹੀਂ ਚਾਹੁੰਦਾ, ਜਾਂ ਉਹਨਾਂ ਨੂੰ ਡੀਲ ਨਹੀਂ ਕਰਨਾ ਚਾਹੁੰਦਾ, ਜਾਂ ਫਿਰ ਉਹ ਇਹਦੇ ਨਾਂ ਦੇ ਉੱਤੇ ਨੈਸ਼ਨਲਿਜ਼ਮ ਉਭਾਰ ਕੇ ਕੋਈ ਹੋਰ ਮਕਸਦ ਹੱਲ ਕਰਨਾ ਚਾਹੁੰਦਾ। ਮੈਨੂੰ ਇਸ ਸਮੱਸਿਆ ਦੇ ਨਾਲ ਚਾਹੇ ਉਹ ਸਰਕਾਰਾਂ ਕਾਂਗਰਸ ਦੀਆਂ ਸੀ, ਚਾਹੇ ਭਾਰਤੀ ਜਨਤਾ ਪਾਰਟੀ ਦੀਆਂ, ਮੈਨੂੰ ਉਹਦੇ ਪਿੱਛੇ ਕੋਈ ਨਾ ਕੋਈ ਇੱਕ ਸਾਂਝੀ ਰਣਨੀਤੀ ਨਜ਼ਰ ਆਉਂਦੀ। ਜਿਵੇਂ ਆਰਥਿਕ ਪੱਖ ਦੇ ਉੱਤੇ ਮਨਮੋਹਨ ਸਿੰਘ ਦੀ ਨੀਤੀ ਉਹਨਾਂ ਨੂੰ ਪਸੰਦ ਹੈ BJP ਨੂੰ, ਸ਼ਾਇਦ ਨਕਸਲਿਜ਼ਮ ਨੂੰ ਡੀਲ ਕਰਨ ਦੀ ਵੀ ਇੱਕ ਨੀਤੀ ਬਹੁਤ ਪਹਿਲਾਂ ਸਾਡੇ ਭਾਰਤੀ ਤੰਤਰ ਨੇ ਤਿਆਰ ਕਰ ਰੱਖੀ ਹੈ, ਔਰ ਉਸੇ ਨੂੰ ਹੀ ਕੰਟੀਨਿਊ ਰੱਖਿਆ ਜਾ ਰਿਹਾ। ਗੱਲਾਂ ਬਾਤਾਂ ਦੇ ਵਿੱਚ ਜ਼ਰੂਰ ਕਹਿ ਲਿਆ ਜਾਂਦਾ ਕਿ ਸਭ ਨਾਲ ਅਸੀਂ ਗੱਲਬਾਤ ਕਰਨ ਲਈ ਤਿਆਰ ਹੈ। ਮਨਮੋਹਨ ਸਿੰਘ ਵੀ ਕਹਿੰਦੇ ਰਹੇ, ਮੋਦੀ ਸਾਹਿਬ ਵੀ ਕਹਿ ਰਹੇ ਨੇ, ਏਦਾਂ ਦੀਆਂ ਗੱਲਾਂ ਕਸ਼ਮੀਰ 'ਚ ਵੀ ਕਰ ਲਈਆਂ ਜਾਂਦੀਆਂ ਕਿ ਉਹਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਆ। ਹੁਣੇ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਕਿ ਉੱਥੋਂ ਦੇ ਵਿਦਿਆਰਥੀਆਂ ਦੇ ਨਾਲ ਸਾਨੂੰ ਇੱਕ ਕਨੈਕਟ ਕਰਨ ਦੇ ਲਈ ਸਾਰੀਆਂ ਪਾਰਟੀਆਂ ਨੂੰ ਯਤਨ ਕਰ ਲੈਣੇ ਚਾਹੀਦੇ ਨੇ। ਪਰ ਯਤਨ ਕਰਨ ਦੇ ਜਿਹੜੇ ਬਿਆਨ ਦਿੱਤੇ ਜਾਂਦੇ ਨੇ, ਸ਼ਾਇਦ ਨਾ ਜੰਮੂ ਕਸ਼ਮੀਰ ਨੂੰ ਸਮਝਣ ਦੇ ਨੁਕਤੇ ਤੋਂ ਦਿੱਤੇ ਜਾਂਦੇ ਹਨ, ਤੇ ਨਾ ਰੈੱਡ ਕੋਰੀਡੋਰ ਨੂੰ ਸਹੀ ਅਰਥਾਂ 'ਚ ਸਮਝਣ ਦੇ ਨੁਕਤੇ ਤੋਂ ਦਿੱਤੇ ਜਾਂਦੇ ਨੇ। ਬਿਆਨ ਸਿਰਫ ਮੀਡੀਆ ਮਾਈਲੇਜ ਲੈਣ ਲਈ ਦਿੱਤੇ ਜਾਂਦੇ ਨੇ, ਜਾਂ ਲੋਕਾਂ ਨੂੰ ਭਰਮਾਉਣ ਲਈ ਦਿੱਤੇ ਜਾਂਦੇ ਨੇ। ਸਮੱਸਿਆ ਨੂੰ ਡੀਲ ਕਰਨ ਲਈ ਬਿਲਕੁਲ ਨਹੀਂ ਦਿੱਤੇ ਜਾਂਦੇ। ਜੀ ਸਮਾਂ ਸ਼ਬਦੀਪ ਜੀ ਸਾਡੇ ਕੋਲ ਨਹੀਂ ਹੈ, ਅਸੀਂ ਇਸ ਡਿਬੇਟ ਨੂੰ ਕੰਟੀਨਿਊ ਕਰੀਏ। ਬਿਲਕੁਲ ਸਰਕਾਰਾਂ ਜੇ ਚਾਹੁਣ, ਸਰਕਾਰਾਂ ਜੇ ਰਾਜਨੀਤੀ ਤੋਂ ਉੱਠ ਕੇ ਇਸ ਮਸਲੇ ਦੇ ਹੱਲ ਲਈ ਕੋਈ ਐਫਰਟ ਕਰਨ, ਕੋਸ਼ਿਸ਼ ਕਰਨ, ਤਾਂ ਸ਼ਾਇਦ ਇਸ ਦਾ ਜਿਹੜਾ ਹੱਲ ਹੈ ਉਹ ਲੱਭਿਆ ਜਾ ਸਕਦਾ ਹੈ। ਸਮਾਂ ਸਾਡੇ ਕੋਲ ਹੋਰ ਨਹੀਂ ਹੈ। ਦਰਸ਼ਕਾਂ ਨੂੰ ਜਾਂਦੇ ਜਾਂਦੇ ਇੱਕ ਰਿਮਾਈਂਡਰ, ਇੱਕ ਯਾਦ ਕਰਾਉਣਾ ਚਾਹੂੰਗਾ ਕਿ ਕੱਲ MCD ਦੇ ਇਲੈਕਸ਼ਨ ਆਣੇ ਨੇ, ਔਰ ਕੱਲ ਸ਼ਾਮ ਨੂੰ ਤੁਸੀਂ ਚੱਕਦੇ ਟੀਵੀ ਤੇ 7 ਵਜੇ ਕੈਲਗਰੀ ਟਾਈਮ ਔਰ 9 ਵਜੇ ਟੋਰਾਂਟੋ ਟਾਈਮ, ਮੈਂ ਦੁਬਾਰਾ ਰਿਪੀਟ ਕਰਦਾ, 7 ਵਜੇ ਕੈਲਗਰੀ ਟਾਈਮ ਔਰ 9 ਵਜੇ ਟੋਰਾਂਟੋ ਟਾਈਮ ਸਾਨੂੰ ਲਾਈਵ ਦੇਖ ਸਕਦੇ ਹੋ। ਅਸੀਂ ਤੁਹਾਡੇ ਤੇ ਸਾਹਮਣੇ ਪੇਸ਼ ਕਰਾਂਗੇ ਦਿੱਲੀ MCD ਦੇ ਲਾਈਵ ਗਰਾਊਂਡ ਜ਼ੀਰੋ ਤੋਂ ਇਲੈਕਸ਼ਨ ਦੀ ਰਿਪੋਰਟ, ਪਲ ਪਲ ਦੀ ਖਬਰ ਤੁਹਾਡੇ ਤੱਕ ਪਹੁੰਚਾਵਾਂਗੇ। ਕਿਹੜੇ ਵਾਰਡ ਦੇ ਵਿੱਚੋਂ ਕਿਹੜਾ ਕੈਂਡੀਡੇਟ ਅੱਗੇ ਚੱਲ ਰਿਹਾ, ਕਿਹੜਾ ਕੈਂਡੀਡੇਟ ਪਿੱਛੇ ਚੱਲ ਰਿਹਾ, ਕਿਸ ਤਰ੍ਹਾਂ ਦੇ ਹਾਲਾਤ ਉੱਥੇ ਬਣੇ ਹੋਏ ਨੇ, ਪਲ ਪਲ ਦੀ ਖਬਰ ਤੁਹਾਡੇ ਤੱਕ ਪਹੁੰਚਾਈ ਜਾਵੇਗੀ। ਮੈਂ ਫਿਰ ਰਿਪੀਟ ਕਰਦਾ, ਕੱਲ ਸ਼ਾਮ ਨੂੰ 7 ਵਜੇ ਕੈਲਗਰੀ ਟਾਈਮ ਔਰ 9 ਵਜੇ ਟੋਰਾਂਟੋ ਟਾਈਮ ਤੁਹਾਡੇ ਤੱਕ MCD ਦੇ ਇਲੈਕਸ਼ਨ ਦੇ ਰਿਜ਼ਲਟਸ ਅਸੀਂ ਪੇਸ਼ ਕਰਾਂਗੇ। ਸੋ ਇਸ ਟਾਈਮ ਸਾਨੂੰ ਦਿਓ ਇਜਾਜ਼ਤ। ਮੇਰੇ ਨਾਲ ਅਜੀਤ ਜੀ ਨੂੰ, ਸ਼ਬਦੀਪ ਜੀ ਨੂੰ ਤੇ ਸਾਡੀ ਸਾਰੀ ਟੈਕਨੀਕਲ ਟੀਮ ਨੂੰ, ਔਰ ਸਾਡੇ ਕਾਲਰਸ ਨੂੰ ਜਿਨ੍ਹਾਂ ਨੇ ਆ ਕੇ ਆਪਣੇ ਵਿਚਾਰ ਸਾਡੇ ਸਾਹਮਣੇ ਰੱਖੇ, ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਦਿਓ ਇਜਾਜ਼ਤ, ਧੰਨਵਾਦ।